ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜਿਵੇਂ 12 ਮਹੀਨਿਆਂ 15 ਸਿੱਤਾਂ ਦੁਆਰਾ ਉਪਦੇਸ਼ ਪਿੱਛੇ ਬਖਸ਼ਿਆ ਹੈ, ਇਸੇ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦੇ ਤਾਈਂ ਰੁੱਤੀ ਸ਼ਲੋਕ 6 ਰੁੱਤਾਂ ਨਾਮੇ ਬਾਣੀ ਉਚਾਰ ਕੇ ਇਹ ਪਵਿੱਤਰ ਸ਼ਲੋਕਾਂ ਦੇ ਰਾਹੀਂ ਗੁਰੂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਇੱਕ ਅਦੁੱਤੀ ਪਰਮੇਸ਼ਰ ਹੈ, ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਕਿ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਕਰ ਬੰਧਨ ਪ੍ਰਭ ਪਾਰ ਬ੍ਰਹਮ। ਇਹ ਭਾਈ ਪੁੰਨਾਂ ਤੇ ਪਾਪਾਂ ਤੋਂ ਪਰੇ ਵਿਆਪਕ ਸਮਰੱਥ ਪਰਮੇਸ਼ਰ ਨੂੰ ਦੋਵੇਂ ਪ੍ਰਤੱਖ ਹੱਥ ਜੋੜ ਕੇ ਜਾਂ ਮਨਬੁੱਧ ਰੂਪ ਹੱਥ ਜੋੜ ਕੇ ਤੇ ਨਮਸਕਾਰ ਕਰੋ। ਮਹਾਰਾਜ ਕਹਿੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਹਰੀ ਪਰਮੇਸ਼ਰ ਨੂੰ ਬੰਦਨਾ ਕਰੋ ਤੇ ਗੋਪਾਲ ਰਾਜੇ ਦੇ ਗੁਣ ਗਾਉਣਾ ਕਰੋ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਡੰਡੌਤ ਬੰਦਨਾ ਕਰ ਜਾਉ ਬਾਰ। ਬਾਦਸ਼ਾਹ ਸਾਧ ਹੈ ਧੂਰ। ਨਮਸਕਾਰ ਵੀ ਵਾਹਿਗੁਰੂ ਜੀ ਨੂੰ ਕਰੋ ਅਤੇ ਉਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਜੋ ਸਾਧ ਸ੍ਰੇਸ਼ਟ ਜਨ ਹਨ। ਵਾਹਿਗੁਰੂ ਜੀ ਦੇ ਸ੍ਰੇਸ਼ਟ ਜਨਾਂ ਦੇ ਚਰਨਾਂ ਦੀ ਧੂੜੀ ਨੂੰ ਚੁੰਮਣਾ ਕਰੋ। ਆਪ ਨਿਵਾਰ ਹਰ ਹਰ ਭਜੋ ਅਤੇ ਆਪਾ ਦੇ ਅਧਿਆਸ ਨੂੰ ਨਿਵਿਤ ਕਰਕੇ ਉਸ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਭਜਨ ਕਰੋ। ਨਾਨਕ ਪ੍ਰਭ ਭਰਪੂਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪ੍ਰਭ ਪਰਮੇਸ਼ਰ ਸਭ ਥਾਂ ਤੇ ਪਰਿਪੂਰਨ ਵਿਆਪਕ ਹੈ। ਦਿਲ ਵੇਖ ਕਾਟਣ ਭੈ ਹਰਣਾ। ਸੋ ਉਹ ਜੋ ਵਾਹਿਗੁਰੂ ਹੈ ਪਾਪਾਂ ਨੂੰ ਕੱਟਣ ਵਾਲਾ ਹੈ, ਜੰਮਣ ਅਤੇ ਮਰਨ ਦੇ ਡਰ ਨੂੰ ਨਾਸ਼ ਕਰਨ ਵਾਲਾ ਹੈ। ਸੁਖ ਸਾਗਰ ਹਰ ਰਾਏ। ਹਰੀ ਪਰਮੇਸ਼ਰ ਸੁਖਾਂ ਦਾ ਸਮੁੰਦਰ ਅਤੇ ਰਾਜਾ ਰੂਪ ਪ੍ਰਕਾਸ਼ ਰੂਪ ਹੈ। ਦੀਨ ਦਇਆਲ ਦੁਖ ਭੰਜਨੋ। ਹਰ ਗਰੀਬਾਂ ਦੇ ਉੱਪਰ ਦਇਆ ਕਰਨ ਵਾਲਾ ਹੈ, ਜੰਮਣ ਮਰਨ ਅਗਿਆਨ ਆਦਿਕ ਦੇ ਦੁੱਖਾਂ ਨੂੰ ਭੰਨਣ ਵਾਲਾ ਕੱਟਣ ਵਾਲਾ ਹੈ। ਨਾਨਕ ਨੀਤ ਧਿਆਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਇਸ ਕਰਕੇ ਉਸ ਨਿਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰੋ। ਸ਼ਰਮਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਇਹ ਨਹੀਂ ਵੀ ਅੱਜ ਤੇ ਆ ਗਿਆ ਕੱਲ ਛੁੱਟੀ ਕੋਈ ਨਹੀਂ। ਨੀਤ ਧਿਆਏ ਨਿਤ ਪ੍ਰਤੀ ਨੀਤ ਕੰਟੀਨਿਊ। ਨੀਤ ਇੱਕ ਰਸ ਉਸ ਵਾਹਿਗੁਰੂ ਨਾਮ ਨੂੰ ਧਿਆਇਆ ਕਰੋ। ਸ਼ਾਂਤ ਇਹ ਮੰਗਲ ਰੂਪ ਜਸ ਰੂਪ ਗੁਰੂ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਹਨ। ਜਸ ਗਾਵੋ ਵਟ ਭਾਗੀ ਹੋ। ਇਹ ਵੱਡੇ ਭਾਗਾਂ ਵਾਲੇ ਪੁਰਖੋ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲਦੋ ਭਇਓ ਅਰੋੜਾ। ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਆਪ ਜੀ ਦੇ ਵੱਡੇ ਭਾਗ ਨੇ ਕਿਉਂਕਿ ਆਪ ਜੀ ਗੁਰੂ ਜੀ ਸੰਗਤ ਵਿੱਚ ਬੈਠੇ ਹੋਏ ਹੋ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਸਿੱਖ
ਜੋ ਸਿੱਖ ਗੁਰ ਚਰਨੀ ਪੜਦੇ ਆ ਉਹਨਾਂ ਸਿੱਖਾਂ ਦੇ ਸਭ ਤੋਂ ਵੱਡੇ ਭਾਗ ਨੇ ਜੋ ਗੁਰੂ ਜੀ ਦੇ ਚਰਨੀ ਪੀਂਦੇ ਹਨ। ਇਸ ਲਈ ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈ ਕਹਿੰਦੇ ਵੀ ਸਾਡੇ ਮਾੜੇ ਭਾਗ ਨੇ, ਮਾੜੇ ਭਾਗ ਤਾਂ ਆਪਣੇ ਆਪ ਖੁਦ ਬਣਾਏ ਹੋਏ ਨੇ, ਮਹਾਰਾਜ ਨੇ ਥੋੜ੍ਹਾ ਬਣਾਏ ਨੇ। ਜੇ ਹੁਣ ਸਾਨੂੰ ਰੱਬ ਨੇ ਬੰਦਾ ਬਣਾਇਆ ਤੇ ਬੰਦਾ ਬਣ ਕੇ ਵੀ ਉੱਠ ਕੇ ਇਸ਼ਨਾਨ ਨਹੀਂ ਕੀਤਾ, ਗੁਰਦੁਆਰੇ ਨਹੀਂ ਆਇਆ, ਮੱਥਾ ਨਹੀਂ ਟੇਕਿਆ, ਫਿਰ ਮਾੜੇ ਭਾਗ ਤਾਂ ਆਪ ਬਣਾਏ ਨੇ। ਮਹਾਰਾਜ ਨੇ ਤਾਂ ਮਨੁੱਖਾਂ ਨੂੰ ਦੇ ਦਿੱਤੀ ਹੈ। ਪਾਣੀ ਦਾ ਪ੍ਰਬੰਧ ਬੜਾ ਸੋਹਣਾ ਕਰ ਦਿੱਤਾ। ਕਮਰਿਆਂ ਦੇ ਵਿੱਚ ਹੀ ਬੰਦਾ ਨਹਾ ਧੋ ਕੇ ਤਿਆਰ ਹੋ ਕੇ ਬਾਹਰ ਆਉਂਦਾ ਹੈ। ਪੁਰਾਣਾ ਟਾਈਮ ਸੀਗਾ ਨਦੀਆਂ ਤੇ ਖੂਹਾਂ ਦੇ ਉੱਪਰ ਜਾ ਕੇ ਕਿੰਨੇ ਦੂਰ ਤੋਂ ਇਸ਼ਨਾਨ ਕਰਕੇ ਆਉਣਾ ਪੈਂਦਾ। ਕਿੰਨੀਆਂ ਸਹੂਲਤਾਂ ਵਾਹਿਗੁਰੂ ਨੇ ਦਿੱਤੀਆਂ, ਮਾੜੇ ਕਰਮ ਤਾਂ ਅਸੀਂ ਆਪ ਬਣਾਏ ਨੇ। ਤੋ ਇਸ ਲਈ ਮਹਾਰਾਜ ਨੇ ਸੰਗਤ ਬਖਸ਼ੀ ਹੈ। ਸੋਹਣਾ ਬੜਾ ਗੁਰਦੁਆਰਾ, ਕਥਾ ਕੀਰਤਨ ਹੋ ਰਿਹਾ ਹੈ। ਇਹ ਭਾਗ ਬਣਾਉਣ ਵਾਲੀ ਫੈਕਟਰੀ ਹੈ। ਚਲੋ ਜੇ ਮਾੜੇ ਭਾਗ ਨੇ ਤਾਂ ਮੰਨ ਲਿਆ ਮਾੜੇ ਭਾਗ ਨੇ, ਫਿਰ ਚੰਗੇ ਭਾਗ ਬਣਾਈਏ ਭਾਈ। ਗੁਰੂ ਕੀ ਸੰਗਤ ਵਿੱਚ ਆ ਕੇ ਬੈਠੀਏ, ਸਾਡੇ ਚੰਗੇ ਭਾਗ ਬਣਨਗੇ। ਇਸ ਲਈ ਜਿਹੜੇ ਸੰਗਤ ਕਰਦੇ ਨੇ, ਮਹਾਰਾਜ ਦੀ ਬਾਣੀ ਨੂੰ ਸੁਣਦੇ ਨੇ, ਪੜ੍ਹਦੇ ਨੇ, ਉਹ ਵੱਡੇ ਭਾਗਾਂ ਵਾਲੇ ਪੁਰਖ ਹਨ। ਇਹ ਵੱਡੇ ਭਾਗਾਂ ਵਾਲੇ ਪੁਰਖੋ ਪਰਮੇਸ਼ਰ ਦੇ ਜਸ ਨੂੰ, ਕੀਰਤਨ ਨੂੰ ਸਾਜ਼ਾਂ ਦੇ ਦੁਆਰਾ, ਢੋਲਕੀ ਚਮਟਿਆਂ ਦੇ ਦੁਆਰਾ ਗਾਉਣਾ ਕਰੋ। ਕਰ ਕਿਰਪਾ ਭਗਵੰਤ ਜੀਓ। ਮਹਾਰਾਜ ਇਹ ਸਾਥੋਂ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਤੂੰ ਅਰਦਾਸ ਤਾਂ ਕਰ ਸਕਦਾ ਭਾਈ, ਹੱਥ ਜੋੜ, ਗਲ ਵਿੱਚ ਪੱਲਾ ਪਾ ਤੇ ਗੁਰੂ ਨੂੰ ਬੇਨਤੀ ਤਾਂ ਇਹ ਕਰ ਕਿ ਹੇ ਭਗਵੰਤ ਪਰਮੇਸ਼ਰ ਜੀ, ਸਾਡੇ ਦੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਅਸੀਂ ਤੁਹਾਡੇ ਜਸ ਨੂੰ ਗਾਉਣਾ ਕਰੀਏ। ਰੁੱਤੀ ਮਹਾ ਮੂਰਤ ਘੜੀ। 6 ਰੁੱਤਾਂ 12 ਮਹੀਨੇ 2 ਘੜੀਆਂ ਦਾ ਮਹੂਰਤ ਹੁੰਦਾ ਹੈ ਤੇ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ। 48 ਮਿੰਟਾਂ ਦਾ ਮਹੂਰਤ ਤੇ 24 ਮਿੰਟਾਂ ਦੀ ਘੜੀ। ਇਉਂ ਸੋ ਰੁੱਤਾਂ ਮਹੀਨੇ 2 ਘੜੀਆਂ, ਇੱਕ ਘੜੀ ਵਿੱਚ ਗੁਣ ਉਚਰਤ ਸ਼ੋਭਾਵੰਤ ਜੀਓ। ਪਰਮੇਸ਼ਰ ਦੇ ਗੁਣ ਉਚਾਰਨ ਕਰਦਿਆਂ ਬਤੀਤ ਹੋਣ ਇਹ ਜਿੰਨਾ ਵੀ ਸਮਾਂ ਹੈ ਤਾਦੇ ਸ਼ੋਭਾਵੰਤ ਜੀਓ, ਸ਼ੋਭਾ ਵਾਲੇ ਹੁੰਦੇ ਹਨ ਜੀ। ਇਸੇ ਪ੍ਰਕਾਰ ਰੁੱਤੀ ਮਹਾ ਮੂਰਤ ਘੜੀ। ਰੁੱਤਾਂ ਮਹੀਨੇ ਮਹੂਰਤ ਅਤੇ ਜੋ ਘੜੀਆਂ ਹਨ, ਗੁਣ ਉਚਰਤ ਸ਼ੋਭਾਵੰਤ ਜੀਓ। ਵਾਹਿਗੁਰੂ ਜੀ ਦੇ ਗੁਣ ਉਚਾਰਦਿਆਂ ਸ਼ੋਭਾ ਵਾਲੇ ਹੋ ਜਾਂਦੇ, ਭਾਵ ਪਰਮੇਸ਼ਰ ਦੀ ਭਗਤੀ ਦੇ ਸਹਿ ਰੰਗੇ ਜਾਂਦੇ ਹਨ। ਇਸੇ ਪ੍ਰਕਾਰ ਰੁੱਤੀ ਮਹਾ ਮੂਰਤ ਘੜੀ। ਰੁੱਤਾਂ ਦੀ ਤਰ੍ਹਾਂ ਸਰੀਰ ਦੀਆਂ 3 ਅਵਸਥਾਵਾਂ, ਬਾਲਕ ਅਵਸਥਾ, ਜਵਾਨੀ ਅਵਸਥਾ, ਬਿਰਧ ਅਵਸਥਾ ਆਦਿਕ ਇਹ 12 ਮਹੀਨਿਆਂ ਦੀ ਤਰ੍ਹਾਂ 5 ਗਿਆਨ ਇੰਦਰੀ, 5 ਕਰਮ ਇੰਦਰੀ, ਮਨ ਅਤੇ ਬੁੱਧ ਅਤੇ 2 ਘੜੀਆਂ ਦੀ ਤਰ੍ਹਾਂ, ਇੱਕ ਜਨਮ ਦੀ ਘੜੀ ਅਤੇ ਇੱਕ ਮਰਨ ਦੀ ਘੜੀ। ਗੁਣ ਉਚਰਤ ਸ਼ੋਭਾਵੰਤ ਜੀਓ। ਅਤੇ ਗੁਰਾਂ ਦੀ ਸ਼ਰਨ ਵਿੱਚ ਆਉਣ ਵਾਲੀ ਇੱਕ ਘੜੀ। ਇਉਂ ਜਦ ਗੁਰਾਂ ਦੁਆਰਾ ਪ੍ਰਭੂ ਦੇ ਗੁਣਾਂ ਨੂੰ ਉਚਾਰਨ ਕਰੀਏ ਤਾਂ ਸ਼ੋਭਾ ਵਾਲੇ ਹੋ ਜਾਈਦਾ ਹੈ। ਗੁਣ ਰੰਗ ਰਾਤੇ ਧਨ ਤੇ ਜਨ। ਉਹ ਜਿਹੜੇ ਜਨ ਹਨ ਉਹ ਧੰਦਾ ਦੇ ਯੋਗ ਹਨ, ਜੋ ਮਹਾਰਾਜ ਦੇ ਗੁਣ ਪ੍ਰੇਮ ਦੇ ਨਾਲ ਗਾਉਂਦੇ ਹੋਏ, ਗੁਣਾਂ ਦੇ ਪ੍ਰੇਮ ਦੇ ਵਿੱਚ ਹੀ ਰੰਗੇ ਹੋਏ ਹਨ, ਗੁਣ ਗਾਉਣ ਦੇ ਆਨੰਦ ਵਿੱਚ ਹੀ ਰੰਗੇ ਹੋਏ ਹਨ। ਉਹ ਮਹਾਤਮਾ ਜਨ ਧੰਦਾ ਦੇ ਯੋਗ ਹਨ। ਜਿਨੀ ਇੱਕ ਮਨ ਧਿਆਇਆ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਜਿਨ੍ਹਾਂ ਨੇ ਇੱਕ ਮਨ ਇੱਕ ਚਿਤ ਹੋ ਕੇ, ਇਕਾਗਰ ਮਨ ਹੋ ਕੇ ਸ਼੍ਰੋਮਣੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਅਤੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣਾਂ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਨੇ,
ਗੁਣਾਂ ਦੇ ਆਨੰਦ ਵਿੱਚ ਰਤੇ ਹੋਏ ਨੇ ਉਹ ਮਹਾਤਮਾ ਜਨ ਧਨ ਦੇ ਯੋਗ ਹਨ। ਸਫਲ ਜਨਮ ਭਇਆ ਦਿਨ ਕਾ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ। ਬੱਚਿਆਂ ਵਾਲੇ ਨੂੰ ਸੰਤਰਾ ਕਹਿੰਦੇ ਨੇ। ਸੋ ਜਿਨ੍ਹਾਂ ਨੇ ਫਲ ਪ੍ਰਦਾਤੇ ਵਾਹਿਗੁਰੂ ਨੂੰ ਸੰਤਰਾ ਕੀਤਾ। ਸੰਤ ਸਾਈਂ ਕੇ ਲਾਡਲੇ संत साईं के भूत, संत न होते जगत में विधाता जाता भूत। संत साईं दे पुत्र ने। सो जिहड़े वाहिगुरु का नाम जपदे उन्हां दा पुत्र बने ने। उस परमेश्वर दे ताई साध संगत जीओ ध्याना कीता। उन्हां मनुखां दा जन्म ये मनुखा जन्म धारिया सफल होया है। आया सफल ताहू को गणिया जास रसन हर हर जस भणिया। आया तिनका सफल भया है एक मन जिनी ते आया। सफल सफल भई सफल यात्रा आमन जान रहे मिले साधा। जिने सो प्रभ पाया, जिन्हां ने सो उस परमेश्वर के ताई पा लिया उन्हां मनुखां दा जन्म सारे का सारे सहज ज्ञान फल दे रोगिया है। पुण्य दान ना तुल किरिया, जो किसी खास समय दान किया जाए उन्होंने पुण्य कहते हैं। जो किसी मौके भी कोई लोड़वंद घर आके मंगे उन्होंने दिता जाए सो दान कहते हैं। सो इं पुण्य अते अतिथि नूं जिहड़ा दान देना अते योग की क्रियादक जो कोई भी जिहड़ा कर्म है वो परमेश्वर के नाम के बराबर नहीं हो सकता। बहु शास्त्र बहु सिमरती एक सर्प ढोर, पूजस नाही हर हरि नानक नाम अमोल। ये श्री सुखमनी साहिब जी का दूजा श्लोक है। इस तरह नाम तुल कश अवर न होए, नानक गुरमुख नाम पावे जन कोय। नाम के बराबर कुछ भी नहीं हो सकता है। हर सर्प पापा हंत जियो, क्योंकि पुण्य करने वाला दान करने वाला स्वर्गा में जाता है। चूका अभ्यास करने वाला ब्रह्मलोक में जाता है। जिहड़ा भगती करने वाला वैकुंठ लोक में जाता है। पर उच्चारण करो सतनाम श्री वाहिगुरु वाहिगुरु जपन वाला ਉਹਦੇ ਸਾਰੇ ਪਾਪ ਨਾਸ਼ ਹੋ ਜਾਂਦੇ ਤੇ ਉਹ ਸੱਚਖੰਡ ਦਾ ਅਧਿਕਾਰੀ ਬਣਦਾ। ਇਸ ਲਈ ਨਾਮ ਦੇ ਬਰਾਬਰ ਕੋਈ ਨਹੀਂ ਪੁੱਜ ਸਕਦਾ। ਕੋਟ ਪੁੰਨ ਸੁਣ ਹਰ ਕੀ ਬਾਣੀ। ਸ੍ਰੀ ਸੁਖਮਨੀ ਸਾਹਿਬ ਜੀ ਦਾ ਤੁਸੀਂ ਪਾਠ ਕਰੋਗੇ ਤੁਹਾਨੂੰ ਕਰੋੜਾਂ ਹੀ ਪੁੰਨ ਘਰ ਬੈਠਿਆਂ ਪ੍ਰਾਪਤ ਹੋਣਗੇ। महाराज जी कथा, महाराज का कीर्तन, गुरबाणी का पाठ गुरु घर बैठ के श्रवण करोगे करोड़ा ही पुण्य ਤੁਹਾਡੇ ਖਾਤੇ ਵਿੱਚ ਮਹਾਰਾਜ ਜਮਾ ਕਰ ਦੇਵੇਗਾ। ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਬੜਾ ਗੁਰਤੇ ਵਿਦ ਜਾਣੀ। ਇਹ ਬਾਕੀ ਦੇ ਜਿਹੜੇ ਕਰਮ ਨੇ ਉਹ ਤਾਂ साध संगत जीओ माड़ी मोटी जे मैल मन की लाउण भी या पाप कर्म दूर करन भी मुड़ के फिर बंदा कर बैठदा। पर नाम बाणी दे नाल मन सुध जाता है, बुरे कर्मां तो हट जाता। परमेश्वर का नाम सारे गुनाहां दा इंज नाश करदा है। जिवें साहिबां ने बालण की उदाहरण दी है। घोर दुखियां अनघहतियां जन्म दरिद्रन वाहन विखियादन बटंद सगल सिमरत हर नाम नानक जैसे पाप कास्ट भस्म विरोध। बड़ा सारा बालण का लकड़ां का ढेर लगा होवे, अग की एक चिंगाड़ी बहुत है, वो साड़ के सारे बालन स्वाह कर देती है। क्यों एक चित एक छिन ते आयो काल पास के बीच न आयो। एक मन एक चेते नाल एक छिन मात्र भी जिन्ना वाहिगुरु जी के नाम नूं ध्याया वो काल की आही विच नहीं आए हैं, वो बच गए ने। इसलिए सो जिहड़ा महाराज का नाम है
ਪੁੰਨ ਦੇ ਨਾਲੋਂ, ਦਾਨ ਦੇ ਨਾਲੋਂ, ਹੋਰ ਕਿਰਿਆ ਕਰਮ ਜੋਗਾ ਅਭਿਆਸ ਸਾਧਕ ਨਾਲੋਂ ਸਭ ਨਾਲੋਂ ਉੱਤਮ ਹੈ। ਜੋ ਜੋ ਕਥੈ ਸੁਣੇ ਹਰ ਕੀਰਤਨ ਤਾਕੀ ਦੁਰਮਤ ਨਾਸ਼। ਦਾਨ ਗੁਣ ਕਰਨ ਨਾਲ ਦੁਰਮਤ ਨਾਸ਼ ਨਹੀਂ ਹੁੰਦੇ, ਸਗੋਂ ਹਉਮੈ ਵੱਧਦੀ ਹੈ। ਪਰ ਮਹਾਰਾਜ ਦੀ ਬਾਣੀ ਦੀ ਕਥਾ ਕੀਰਤਨ ਕਰਨ ਸੁਣ ਨਾਲ ਖੋਟੀ ਮਤ ਨਾਸ਼ ਹੁੰਦੀ ਹੈ। ਕਰਨ ਦੇ ਸੁਣਨ ਵਾਲੇ ਦਾ ਭਲਾ ਹੁੰਦਾ ਹੈ। ਜੋ ਜੋ ਕਥਾ ਸੁਣੇ ਹਰ ਕੀਰਤਨ ਤਾਕੀ ਦੁਰਮਤ ਨਾਸ਼। ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ। ਮਨ ਦੀਆਂ ਸਾਰੀਆਂ ਆਸ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ। ਸਾਰੇ ਪਾਪਾਂ ਅਤੇ ਗੁਨਾਹਾਂ ਦਾ ਇਹ ਨਾਸ਼ ਕਰਨ ਵਾਲਾ ਹੈ। ਬਿਨਵੰਤ ਨਾਨਕ ਸਿਮਰ ਜੀਵਾ। ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਜੀ ਪਿਆਰੇ ਜੀ, ਅਸੀਂ ਤਾਂ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਯਾਦ ਕਰਕੇ ਹੀ ਜਿਉਂਦੇ ਆ। ਤੁਹਾਨੂੰ ਵੀ ਬੇਨਤੀ ਹੈ ਕਿ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਰ ਕਲੇਸ਼ ਪਰ ਮਾਹੇ ਮਟਾਵੋ। ਜਨਮ ਮਰਨ ਹੰਤ ਜਿਉ। ਜੋ ਜਮਨ ਮਰਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੋ ਸਿਮਰਨ ਕਰਨ ਵਾਲਿਆਂ ਨੂੰ ਜੰਮਣ ਅਤੇ ਮਰਨ ਤੋਂ ਰਹਿਤ ਕਰਨ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਸੋ ਉਸ ਪਰਮੇਸ਼ਰ ਦਾ ਨਾਮ ਸਾਨੂੰ ਜਪਣਾ ਚਾਹੀਦਾ ਹੈ, ਜਿਹੜਾ ਜੰਮਣ ਤੇ ਮਰਨ ਤੋਂ ਰਹਿਤ ਕਰਨ ਵਾਲਾ ਤੇ ਸ਼ੁਭ ਗੁਣਾਂ ਦਾ ਦਾਤਾ ਹੈ। ਸ਼ਲੋਕ। ਇਹ ਗੁਰੂ ਸਾਹਿਬ ਜੀ ਦੂਸਰਾ ਸ਼ਲੋਕ ਉਚਾਰਨ ਕਰ ਰਹੇ ਹਨ। ਉਦਮ ਅਗਮ ਅਗੋਚਰੋ। ਅਗਮ ਜੋ ਮਨ ਦੀ ਗਮਤਾ ਤੋਂ ਰਹਿਤ ਹੈ, ਤੇ ਅਗੋਚਰੋ ਅਸ਼ੁੱਧ ਮਨ ਕਰਕੇ ਜਿਸ ਦੀ ਗਮਤਾ ਨਹੀਂ ਪਾਈ ਜਾਂਦੀ, ਅਤੇ ਅਗੋਚਰੋ ਇੰਦਰੀਆਂ ਦੇ ਵਿਸ਼ੇ ਹੈ। ਹੱਥ ਉਹਨੂੰ ਪਕੜ ਨਹੀਂ ਸਕਦੇ, ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ, ਪੈਰ ਉਹਦੇ ਕੋਲ ਚੱਲ ਕੇ ਨਹੀਂ ਜਾ ਸਕਦੇ। ਉਸ ਦੀ ਪ੍ਰਾਪਤੀ ਵਾਸਤੇ ਪਾਤਸ਼ਾਹ ਕਹਿੰਦੇ ਉਦਮ ਕਰੋ ਭਾਈ, ਯਤਨ ਕਰੋ। ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਖਾਟ। ਸੰਤ ਸੰਗ ਹਰ ਸਿਮਰਨ ਮਲ ਜਨਮ ਜਨਮ ਕੀ ਕਾਟ। ਚਰਨ ਕਮਲ ਨਮਸਕਾਰ। ਹਰ ਉਸ ਦੇ ਪੂਜਨੀਕ ਚਰਨ ਕਮਲਾਂ ਪਰ ਨਮਸਕਾਰ। ਡੰਡੋਤ ਬੰਦਨਾ ਅਨਕ ਬਾਰ ਜਿਉ ਬਾਰ ਨਮਸਕਾਰ ਕਰੋ। ਕਥਨੀ ਸਾ ਤੁਧ ਭਾਵਸੀ। ਸੋ ਹੇ ਪਰਮੇਸ਼ਰ, ਜੇਕਰ ਕਥਾ ਕਰਨ ਵਾਲੇ ਦੇ ਹਿਰਦੇ ਅੰਦਰ ਨਾਨਕ ਨਾਮ ਆਧਾਰ। ਸਤਿਗੁਰੂ ਮਹਾਰਾਜ ਕਥਨ ਕਰਦੇ ਤੇਰੇ ਨਾਮ ਦਾ ਆਸਰਾ ਹੋਵੇ, ਉਹ ਵਿਆਖਿਆਕਾਰ, ਉਹ ਕਥਾ ਕੀਤੀ ਹੋਈ ਸਫਲੀ ਹੈ। ਉਹੀ ਕਥਾਕੜ ਤੈਨੂੰ ਪ੍ਰਮਾਣ ਹੈ, ਉਹੀ ਕਥਾ ਤੇਰੇ ਦਰ ਤੇ ਪ੍ਰਮਾਣ ਚੜ੍ਹਦੀ ਹੈ, ਉਹੀ ਸਫਲੀ ਹੈ। ਜੇ ਕਰਨ ਵਾਲੇ ਦੇ ਹਿਰਦੇ ਵਿੱਚ ਤੇਰੇ ਨਾਮ ਦਾ ਆਸਰਾ ਟਿਕਿਆ ਹੋਵੇ, ਔਰ ਉਹੀ ਤੁਧ ਭਾਵ ਸੀ, ਤੈਨੂੰ ਤਿੰਨੇ ਕਰਨਾ ਚਾਹੀਦੀ ਹੈ। ਜਾਂ ਸਰੂਪ ਲੱਖਣਾਂ ਵਾਲੀ, ਤਟਸਥੀ ਲੱਖਣਾਂ ਵਾਲੀ ਕਥਾ ਤੈਨੂੰ ਭਾਉਂਦੀ ਚੰਗੀ ਲੱਗਦੀ ਹੈ। ਸੰਤ ਸਰਣ ਸਾਜਨ ਪਰਹੋ। ਇਹ ਪਿਆਰੇ ਸੱਜਣੋ, ਆਨੰਦ ਸਰੂਪ ਦੀ ਪ੍ਰਾਪਤੀ ਵਾਲੇ, ਸਾਸ ਗਰਾਸ ਨਾਮ ਜਪਣ ਵਾਲੇ ਜੋ ਸੰਤ ਮਹਾਤਮਾ ਜਨ ਨੇ, ਉਹਨਾਂ ਮਹਾਤਮਾ ਜਨਾਂ ਦੀ ਓਟ ਦੇ ਵਿੱਚ ਪੈਣਾ ਕਰੋ। ਸੁਆਮੀ ਸਿਮਰ ਅਨੰਤ। ਹਰ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਅੰਤ ਤੋਂ ਰਹਿਤ ਮਾਲਕ ਪਰਮੇਸ਼ਰ ਨੂੰ ਸਿਮਰਨਾ ਕਰੋ। ਸੂਕੇ ਤੇ ਹਰਿਆ ਥੀਆ। ਸੋ ਉਹ ਸੁੱਕੇ ਤੋਂ ਹਰਿਆ ਹੋ ਗਿਆ ਹੈ, ਮਨ ਸੁੱਕਾ ਹਰਿਆ ਹੋਇਆ। ਮੇਰੀ ਜੰਦੜੀਏ, ਜੋ ਅਵਗੁਣਾਂ ਦੇ ਨਾਲ ਸੁੱਕਾ ਪਿਆ ਸੀ, ਸੋ ਸ਼ੁਭ ਗੁਣਾਂ ਦੇ ਨਾਲ ਹਰਾ ਭਰਾ ਹੋ ਗਿਆ ਹੈ।
ਨਾਨਕ ਜਪ ਭਗਵੰਤ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਭਗਵੰਤ ਪਰਮੇਸ਼ਰ ਦੇ ਨਾਮ ਨੂੰ ਜਪਿਆ ਉਹਨਾਂ ਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਵੱਲੋਂ ਸੁੱਕਾ ਹੋਇਆ ਮਨ ਸੁੱਕੇ ਤੋਂ ਸ਼ਰਧਾ ਪ੍ਰੇਮ ਰੂਪੀ ਲੱਗਦਾ, ਕਰੁਣਾ ਮੁਦਤਾ ਮੈਤਰੀ ਉਪੇਖਿਆ ਰੂਪ ਪੰਖੜੀਆਂ ਤੇ ਸਤ ਸੰਦੋਖ ਦੇ ਪੱਤਰਿਆਂ ਸਹਿਤ ਹਰਾ ਭਰਾ ਹੋ ਗਿਆ ਹੈ। ਸ਼ਾਂਤ ਸ਼ਾਂਤ ਕਾਵਿ ਤੇ ਸੰਗੀਤ ਨੂੰ ਮਿਲਾ ਕੇ ਵਾਹਿਗੁਰੂ ਦਾ ਜਸ ਕਰ ਰਹੇ ਹਨ। ਰੁੱਤ ਸਰਸ ਬਸੰਤ ਮਾਹਾ। ਸੋ ਸਹਿਤ ਰਸ ਅਦਕਤਾ ਦੇ ਸਹਿਤ ਬਸੰਤ ਰੁੱਤ ਦੇ ਵਿੱਚ ਚੇਤ ਵੈਸਾਖ ਸੁਖ ਮਾਸ ਜੀਓ। ਚੇਤਰ ਅਤੇ ਵੈਸਾਖ ਦਾ ਮਹੀਨਾ ਇਹ ਪਿਆਰੇ ਜੀਓ ਆਨੰਦਦਾਇਕ ਹੁੰਦਾ ਹੈ। ਇਸੇ ਪ੍ਰਕਾਰ ਰੁੱਤ ਸਰਸ ਬਸੰਤ ਮਾਹਾ। ਸ਼ੌਂਕ ਅਵਸਥਾ ਰੂਪ ਬਸੰਤ ਰੁੱਤ ਸਹਿਤ ਗਿਆਨ ਜਾਂ ਆਨੰਦ ਪੈਦਾ ਕਰਨ ਵਾਲੀ ਹੈ। ਜਾਂ ਬਸੰਤ ਦੀ ਨਿਆਈ ਪਰਮੇਸ਼ਰ ਜਿਸ ਅਵਸਥਾ ਰੂਪ ਰੁੱਤ ਵਿੱਚ ਹਿਰਦੇ ਅੰਦਰ ਵਸ ਜਾਂਦਾ ਹੈ ਉਹ ਸਹਿਤ ਰਸ ਦੇ ਹੈ। ਚੇਤ ਵੈਸਾਖ ਸੁਖ ਮਾਸ ਜੀਓ। ਇਸ ਲਈ ਮਨੁੱਖਾ ਜਨਮ ਰੂਪ ਚੇਤ ਦੇ ਮਹੀਨੇ ਵਿੱਚ ਪਰਮੇਸ਼ਰ ਨੂੰ ਚੇਤਨਾ ਕਰੋ। चेतना है तो चेत ले, निस दिन में प्राणी शिन शिन यौद बेहात है, फूटे कट ज्यों बाणी। वह साख वह ओ जो सारियां दा साख साखी रूप है, जिस करके मास शरीर सुख दे सहित हुंदा है। हर जियो ना हो मिलिया, जिन्हां नूं पति हरि परमेश्वर जी आप मिलिया प्राप्त हो गया है। मौलिया मन तन सास जियो। ये प्यारे जियो उन्हां दा मन हिरदय ते तन शरीर ते श्वास भी मौलिया प्रफुल्लित होया है। घर ना हो निहचल आनंद सखिए। ये संत महात्मा रूप सखिए सहेलियो जिन्हां दे अंतःकरण रूपी घर दे विच अचल स्वरूप पति परमेश्वर की प्राप्ति का आनंद प्राप्त होया है। चरण कमल प्रफुल्लिया, उन्हां दा चित वाहिगुरु जी दे चरना कमलों दे विच प्रफुल्लित हो गया है। या उन्हां दा चित अधिष्ठान स्वरूप दे कमलवत निर्लेप सुख स्वरूप नूं पा के प्रफुल्लित खिड़ गया है। सुंदर सुगड़ सुजान बेता, जो सचेतन स्वरूप होने करके सुंदर सोहना है। सुगड़ श्रेष्ठ काढ़ता नूं कढ़न वाला है। सुजान अंतरजामी अति बेता सब को जानन वाला है। या सारी वेदां शास्त्रां दा जानू है। गुण गोविंद अमूल्या, उस गोविंद परमेश्वर दे गुण बड़े अमोलक हन। इसे प्रकार सुंदर सुगड़ सुजान बेता, गुण गोविंद अमूल्या। साध संगत जीओ जो अकाल पुरख वाहिगुरु अमोलक गुणा वाला है, उसके गुण अमोलक ने और आप अमोलक है। मुल न पाया जाए, मुल न पाया जाए किसे बटों रहे लोग लाए। सो ऐसे जो परमेश्वर के अमोलक गुण जिन्हों ने गाए हैं वो भक्ति के सहित होने करके सुंदर दैवी गुणों दी श्रेष्ठ घाटतां कढ़न वाले, व्यवहारां दे विच चतुर या वाकां दे विच चतुर ते वेदां शास्त्रां दे बेता जाणू ने ज्ञानी हन। सो महाराज साहब सच्चे पातशाह जी दे वो असली सच्चे अते सुचे ज्ञानी बने हन। वड भाग पाया दुख गवाया, ਵੱਡੇ ਭਾਗਾਂ ਵਾਲਿਆਂ ਨੇ ਹੀ ਵਾਹਿਗੁਰੂ ਸਰੂਪ ਨੂੰ ਪਾਇਆ ਤੇ ਜੰਮਣ ਅਤੇ ਮਰਨ ਦਾ ਦੁੱਖ
ਉਹਨਾਂ ਨੇ ਗਵਾਉਣਾ ਕੀਤਾ ਹੈ। ਭਈ ਪੂਰਨ ਆਸ ਦਿਓ। ਇਹ ਪਿਆਰੇ ਸੰਤ ਜਨੋ ਜੀਓ, ਉਹਨਾਂ ਦੇ ਮਨ ਦੀ ਆਸਾ ਇੱਛਾ ਵੀ ਪੂਰੀ ਹੋ ਗਈ ਹੈ। ਬਿਨਵੰਤ ਨਾਨਕ ਸ਼ਰਨ ਤੇਰੀ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ हे ਪਰਮੇਸ਼ਰ ਜੀ, ਅਸੀਂ ਜਾਣਦਾ ਤੇਰੀ ਸ਼ਰਨ ਤੇਰੀ ਓਟ ਦੇ ਵਿੱਚ ਆਏ ਹਾਂ। ਮਿਟੀ ਜਮ ਕੀ ਤਰਾਸ ਦਿਓ। ਜਿਸ ਕਰਕੇ ਸਾਡੇ ਜਮਾਂ ਦੀ ਜੋ ਤਰਾਸ ਖੌਫਤਾਈ ਹੈ ਇਹ ਮਿਟ ਗਈ, ਇਹ ਦੂਰ ਹੋ ਗਈ ਹੈ। ਸ਼ਲੋਕ ਇੱਥੇ 2 ਪੌੜੀਆਂ ਸੰਪੂਰਨ ਹੋਈਆਂ ਨੇ, ਤੀਜਾ ਸ਼ਲੋਕ ਪ੍ਰਾਰੰਭ ਹੋਇਆ ਹੈ। ਸਾਧ ਸੰਗਤ ਬਿਨ ਭ੍ਰਮ ਮੁਈ। ਸਾਰੀ ਸ੍ਰਿਸ਼ਟੀ ਬਹੁਤ ਤਰ੍ਹਾਂ ਦੇ ਸੰਚਿਤ ਕਿਰਿਆਮਾਨ ਪ੍ਰਾਰਬਧ ਨਿਤ ਮਿਤ ਪ੍ਰਾਚਿਤ ਆਦਿ ਕਰਮਾਂ ਨੂੰ ਕਰਦੀ ਹੋਈ ਸਤ ਸੰਗਤ ਕੀਤੇ ਤੋਂ ਬਿਨਾਂ ਭਰਮ ਦੇ ਵਿੱਚ ਭਰਮ ਦੀ ਹੋਈ ਮਰ ਰਹੀ ਹੈ। ਕਰਤੀ ਕਰਮ ਅਨੇਕ। ਅਨੇਕਾਂ ਹੀ ਕਰਮ ਨੂੰ ਕਰਦਿਆਂ ਹੋਇਆ ਸ੍ਰਿਸ਼ਟੀ ਭਰਮ ਦੀ ਭਰਮਾਈ ਹੋਈ ਮਰ ਰਹੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਹੀ ਫਰਮਾਨ ਕਰਦੇ ਹਨ। ਅਸ਼ਟਪਦੀਆਂ ਦੇ ਵਿੱਚ ਮਹਾਰਾਜ ਦੀ ਅਸ਼ਟਪਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਕੋ ਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁੱਟ ਗਿਓ, ਅਦ ਕਾਨ ਬੁਧ ਬਾਤੇ ਪਿਆਰੇ, ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੇ ਦਵਾਰ, ਦੀਜੈ ਬੁੱਧ ਵਿਕਾਰ, ਮੋਨ ਭਰਿਓ ਕਰ ਪਾਤੀ ਰਹਿਓ, ਨਗਰ ਭਰਿਓ ਬਨ ਮਾਹੀ, ਆਦੀਰ ਸਭ ਧਰਤੀ ਪਰਮਿਓ, ਦੁਬਦਾ ਛੁੜਕ ਨਾਹੀ, ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨ ਉਤਰੈ ਇਹ ਬਿਦ, ਜੇ ਲਖ ਜਤਨ ਕਰਾਇ, ਕਰਮ ਕਾਮਨੀ ਹੈ ਵਰ ਗੈਵ, ਬਹੁ ਵਿਦਾਨ ਦਾਤਾਰਾ, ਅਨ ਬਸਤਰ ਭੂਮ ਅਰਬੇ, ਨ ਮਿਲਿਐ ਹਰ ਦਵਾਰਾ, ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨ ਉਤਰੈ ਇਹ ਬਿਦ, ਜੇ ਲਖ ਜਤਨ ਕਰਾਇ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਅਨ ਬਸਤਰ ਭੂਮ ਭੋਰ ਪੇ, ਨ ਮਿਲਿਆ ਹਰ ਦਵਾਰਾ, ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮ, ਹਰ ਸਿਵ ਸੰਗ ਨ ਗਇਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਆਹੋ ਨਾਨਕ ਜਿਸ ਭਇਓ ਪੁਰਾਬ, ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਕਿੰਨੀ ਹੀ ਸ੍ਰਿਸ਼ਟੀ ਕਰਤੀ ਕਰਮ ਅਨੇਕ, ਅਨੇਕਾਂ ਹੀ ਕਰਮ ਕਰਦੀ ਥੱਕ ਕੇ ਹੰਭ ਕੇ ਤੁਰ ਗਈ ਹੈ। ਸੰਚਿਤ ਕਰਮ, ਕਿਰੇ ਮਹਾਨ ਕਰਮ, ਪ੍ਰਾਲਬਧ ਕਰਮ, ਨਿਤ ਨਿਮਿਤ ਪ੍ਰਾਸ਼ਚਿਤ ਆਦਿ ਕਰਮਾਂ ਨੂੰ ਕਰਦੀ ਹੋਈ ਸਾਧ ਸੰਗ ਦੇ ਮਨ ਭਰਮ ਹੋਈ, ਕਰਤੀ ਕਰਮ ਅਨੇਕ, ਸੰਗਤ ਕੀਤੇ ਤੋਂ ਬਿਨਾਂ ਭਰਮ ਦੇ ਵਿੱਚ ਭਰਮ ਦੀ ਅਨੇਕਾਂ ਕਰਮ ਕਰਦੀ ਹੋਈ ਮਰ ਗਈ ਹੈ ਤੇ ਮਰ ਰਹੀ ਹੈ। ਕੋਮਲ ਬੰਧਨ ਬਾਧਿਆ, ਸੋ ਕੋਮਲ ਬੰਧਨ ਬਾਂਧੀਆਂ, ਹੰਗਤਾ ਰੂਪੀ ਨਰਮ ਬੰਨ੍ਹਣਾਂ ਦੇ ਵਿੱਚ ਬੰਨੀ ਹੋਈ ਹੈ। ਮਤਲਬ ਹੰਗਤਾ ਦਾ ਬੰਧਨ ਇਹੋ ਜਿਹਾ ਨਰਮ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਬੰਦਾ ਵੱਜ ਜਾਂਦਾ ਹੈ। ਛੋਟੇ ਛੋਟੇ ਬੱਚੇ ਜਦ ਆਵਾਜ਼ਾਂ ਮਾਰਦੇ ਨੇ ਬੰਦਾ
ਮੋਹ ਦੇ ਵਿੱਚ ਆਪਣੱਤ ਦੇ ਵਿੱਚ ਵੱਜ ਜਾਂਦਾ ਕਿ ਮੇਰਾ ਬੱਚਾ ਹੈ। ਤੋ ਇਸ ਤਰ੍ਹਾਂ ਉਹ ਸਮਝ ਲਓ ਮੋਹਣੀ ਮੰਤਰ ਪੜ੍ਹਦੇ ਨੇ ਜਿਹਦੇ ਨਾਲ ਬੰਦਾ ਮੋਹਿਆ ਜਾਂਦਾ। ਇਉਂ ਹੰਗਤਾ ਦਾ ਬੰਧਨ ਹੈ ਤੇ ਬੜਾ ਕੋਮਲ, ਪਰ ਜਿਹੜਾ ਰੱਸਾ ਭਾਵੇਂ ਰੇਸ਼ਮ ਦਾ ਹੈ ਅਤੇ ਭਾਵੇਂ ਸੰਗਲ ਲੋਹੇ ਦਾ ਹੈ, ਬੰਧਨ ਦਾ ਬੰਧਨ ਹੀ ਹੈ। ਇਨਸਾਨ ਸੋ ਨਰਮ ਬੰਧਨਾਂ ਦੇ ਵਿੱਚ ਬੰਨ੍ਹਿਆ ਹੋਇਆ। ਸਾਰੀ ਸ੍ਰਿਸ਼ਟੀ ਇਹ ਹਉਮੈ ਦੇ ਨਰਮ ਬੰਧਨ 'ਚ ਵੱਜੀ ਹੋਈ ਹੈ। ਨਾਨਕ ਕਰਮ ਹੈ ਲੇਖ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਕਰਮਾਂ ਦਾ ਐਸਾ ਲੇਖ ਹੈ, ਕਰ ਹੱਥਾਂ ਦੇ ਵਿੱਚ ਐਸਾ ਹੀ ਲੇਖ ਹੈ, ਉਹਦੇ ਅਨੁਸਾਰ ਹੀ ਸ੍ਰਿਸ਼ਟੀ ਧੀਆਂ ਪੁੱਤਰ ਆਦਿਕ ਦੇ ਮੋਹ ਦੇ ਵਿੱਚ ਜਾਂ ਹੰਗਤਾ ਰੂਪੀ ਨਰਮ ਬੰਧਨਾਂ 'ਚ ਬੰਨੀ ਹੋਈ ਹੈ। ਜੋ ਭਾਣੇ ਸੇ ਮਿਲਿਆ। ਜਿਹੜੇ ਪ੍ਰੀਮਾ ਭਗਤੀ ਵਾਲੇ ਪੁਰਖ ਪਰਮੇਸ਼ਰ ਦਾ ਭਾਣਾ ਮੰਨਦੇ ਨੇ ਜਾਂ ਹੁਕਮ ਦੇ ਵਿੱਚ ਚੱਲਦੇ ਨੇ ਜਾਂ ਜੋ ਪਰਮੇਸ਼ਰ ਨੂੰ ਭਾ ਗਏ ਨੇ, ਉਹਨਾਂ ਨੂੰ ਤਿੰਨਾਂ ਲੋਕਾਂ ਵਿੱਚੋਂ ਆਪਣੇ ਨਾਲ ਵਾਹਿਗੁਰੂ ਨੇ ਮਿਲਿਆ ਹੈ। ਵਿਛੋੜੇ ਭੀ ਆਪ। ਅਤੇ ਮਨਮੁਖ ਪੁਰਖਾਂ ਨੂੰ ਆਪ ਹੀ ਆਪਣੇ ਸਰੂਪ ਵੱਲੋਂ ਵਿਛੋੜਨਾ ਕੀਤਾ ਹੈ। ਨਾਨਕ ਪ੍ਰਭ ਸਰਣਾਗਤੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਉਹ ਵਾਹਿਗੁਰੂ ਦੀ ਓਟ ਦੇ ਵਿੱਚ ਆ ਕੇ ਪ੍ਰਾਪਤ ਹੋਏ ਹਨ। ਜਾ ਕਾ ਵੱਡ ਪ੍ਰਤਾਪ। ਜਿਸ ਵਾਹਿਗੁਰੂ ਦਾ ਬਹੁਤ ਵੱਡਾ ਤੇਜ ਪ੍ਰਭਾਵ ਹੈ। ਸ਼ੰਤ ਸ਼ੰਤ ਸ਼ਬਦ ਉਚਾਰ ਰਹੇ ਹਨ। ਗ੍ਰੀਖਮ ਰੁੱਤ ਅਤ ਗਾਖੜੀ। ਪਹਿਲਾਂ ਚੇਤ ਤੇ ਵਿਸਾਖ ਵਾਲੀ ਬਸੰਤ ਰੁੱਤ ਸੀਗੀ, ਤੇ ਹੁਣ ਜੇਠ ਤੇ ਹਾੜ ਵਾਲੀ ਗ੍ਰੀਖਮ ਰੁੱਤ ਹੈ। ਇਹ ਪਿਆਰੇ ਜੀ ਆ ਹੁਣ ਗਰਮੀ ਦੀ ਅਤਿਅੰਤ ਕਠਿਨ ਰੁੱਤ ਆ ਗਈ ਹੈ। ਜੇਠ ਅਖਾੜਾ ਘਾਮ ਜਿਓ। ਕਿਉਂਕਿ ਜੇਠ ਦੇ ਹਾੜ ਵਿੱਚ ਬੜੀ ਧੁੱਪ ਹੁੰਦੀ ਹੈ। ਇਸੇ ਪ੍ਰਕਾਰ ਗ੍ਰੀਖਮ ਰੁੱਤ ਅਤ ਗਾਖੜੀ। ਕਲਯੁਗ ਰੂਪ ਗਰਮੀ ਦੀ ਰੁੱਤ ਅਤਿਅੰਤ ਕਠਿਨ ਕਰੜੀ ਤੇ ਭਿਆਨਕ ਹੈ। ਜੇਠ ਅਖਾੜਾ ਘਾਮ ਜਿਓ। ਜਿਸ ਵਿੱਚ ਜੇਠ ਮਹੀਨੇ ਦੀ ਤਰ੍ਹਾਂ ਧਰਮ ਰਾਜਾ ਤੇ ਹਾੜ ਦੇ ਮਹੀਨੇ ਦੀ ਤਰ੍ਹਾਂ ਤ੍ਰਿਸ਼ਨਾ ਆਦਿਕ ਦੇ ਭਖ ਲਾਉਂਦਾ ਹੈ, ਅਤੇ ਅਗਿਆਨ ਰੂਪੀ ਸੂਰਜ ਰਾਗ ਦੁਐਖ ਰੂਪ ਕਿਰਨਾਂ ਕਰਕੇ ਤ੍ਰਿਸ਼ਨਾ ਰੂਪ ਧੁੱਪ ਨੂੰ ਪ੍ਰਕਾਸ਼ ਰਿਹਾ ਹੈ। ਪ੍ਰੇਮ ਵਿਸ਼ੋਹ ਦੁਹਾਗਣੀ। ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਹੋ ਗਿਆ ਹੈ, ਉਹ ਛੁੱਟਰ ਇਸਤਰੀ ਦੀ ਤਰ੍ਹਾਂ ਹੋ ਕੇ ਜੂਨਾਂ ਦੇ ਵਿੱਚ ਭਰਮਦੇ ਫਿਰਦੇ ਹਨ। ਇਸੇ ਪ੍ਰਕਾਰ ਪ੍ਰੇਮ ਵਿਸ਼ੋਹ ਦੁਹਾਗਣੀ। ਜਿਨ੍ਹਾਂ ਛੁੱਟੜਾਂ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਵਿਛੋੜਾ ਹੈ, ਉਹ ਸੋ ਵਾਹਿਗੁਰੂ ਤੋਂ ਵਿਛੜੇ ਰਹਿੰਦੇ ਨੇ। ਦ੍ਰਿਸ਼ਟ ਨਾ ਕਰੀ ਰਾਮ ਜੀਓ। ਇਸ ਕਰਕੇ ਇਹ ਪਿਆਰੇ ਜੀ ਉਹਨਾਂ ਉੱਤੇ ਰਾਮ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਹੋਈ ਨਹੀਂ ਕੀਤੀ ਹੈ। ਨਹਿ ਦ੍ਰਿਸ਼ਟ ਆਵੈ ਮਰਤ ਹਾਵੈ। ਉਹਨਾਂ ਨੂੰ ਅਗਿਆਨ ਕਾਰਨ ਪਰਮੇਸ਼ਰ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਉਹ ਵਿਸ਼ਿਆਂ ਦੇ ਵਿੱਚ ਹੀ ਮਰਦੀਆਂ ਰਹਿੰਦੀਆਂ ਨੇ ਜਾਂ ਪ੍ਰਭੂ ਦੇ ਵਿਛੋੜੇ ਵਿੱਚ ਸੋ ਹਾਵੈ ਹੋ ਕੇ ਲੈਂਦੀਆਂ ਹੀ ਮਰ ਜਾਂਦੀਆਂ ਨੇ। ਮਹਾਗਰਭ ਮੁਠੀਆ। ਉਹ ਪਦਾਰਥਾਂ ਸਾਧਨਾਂ ਦੇ ਮਹਾਂ ਬੜੇ ਗਰਭ ਅਹੰਕਾਰ ਦੇ ਵਿੱਚ ਲੁੱਟੀਆਂ ਗਈਆਂ ਹਨ। ਜਲ ਬਾਹਰ ਮਛਲੀ ਤੜਫੜਾਵੈ। ਜਿਵੇਂ ਜੇਠ ਤੇ ਹਾੜ ਦੇ ਮਹੀਨੇ 'ਚ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਇਸੇ ਪ੍ਰਕਾਰ ਜਲ ਬਾਝ ਮਛਲੀ ਤੜਫੜਾਵੈ। ਪ੍ਰੇਮ ਰੂਪੀ ਜਲ ਤੋਂ ਬਿਨਾਂ ਜੀਵ ਰੂਪ ਮੱਛੀ ਤੜਫਦੀ ਹੈ। ਤਿਵੇਂ ਹੀ ਜੀਵ ਰੂਪ ਇਸਤਰੀਆਂ ਜਿਹੜੀਆਂ ਹਨ ਸੰਗ ਮਾਇਆ ਰੁਠੀਆਂ। ਉਹਨਾਂ ਦੀ ਬਿਰਤੀ ਮਾਇਆ ਦੇ ਨਾਲ ਲੱਗਣੇ ਕਰਕੇ ਵਾਹਿਗੁਰੂ ਦੇ ਵੱਲੋਂ ਰਸੀ ਹੋਈ ਹੈ, ਜਾਂ ਮਾਇਆ ਦੀ ਸੰਗਤ ਕਰਕੇ ਤ੍ਰਿਸ਼ਨਾ
ਅੱਗ ਦੇ ਵਿੱਚ ਰੁੱਠੀਆ ਜਲਦੀ ਹੈ, ਭਾਵ ਤੜਫਦੀ ਹੈ। ਕਰ ਪਾਪ ਜੋਨੀ ਭੈ ਭੀਤ ਹੋਈ। ਉਹਨਾਂ ਦੀ ਪਾਪ ਮੰਦ ਕਰਮ ਕਰਨੇ ਕਰਕੇ ਜੂਨਾਂ ਦੇ ਚ ਭਰਮਦੇ ਆ। ਜਿੰਦ ਪੈ ਭੀਤ, ਭੈ ਦੇ ਸੰਯੁਕਤ ਡਾਕਲ ਹੋ ਰਹੀ ਹੈ। ਪੈ ਡਰ ਦੇ ਵਿੱਚ ਪੈ ਕੇ, ਭੀਤ ਕੰਧ ਦੀ ਤਰ੍ਹਾਂ ਜੜ ਹੋ ਰਹੀ ਹੈ। ਦੇ ਸਾਸਨ ਜਾਮ ਜਿਓ। ਇਸੇ ਕਰਕੇ ਹੀ ਪਿਆਰੇ ਜੀ ਯਮਦੂਤ ਉਹਨਾਂ ਨੂੰ ਸ਼ਾਸਨ ਤਾੜ ਨਾ ਦਿੰਦਾ ਹੈ, ਸ਼ਾਸਨ ਸਜ਼ਾ ਦਿੰਦਾ ਹੈ। ਬਿਨਵੰਤ ਨਾਨਕ ਓਟ ਤੇਰੀ। ਬੇਨਤੀ ਪੂਰਵਕ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ, ਮੈਨੂੰ ਤਾਂ ਇੱਕ ਤੇਰੀ ਹੀ ਟੇਕ ਓਟ ਹੈ। ਰਾਖ ਪੂਰਨ ਕਾਮ ਜਿਓ। ਇਹ ਸਾਰੇ ਕਾਰਜਾਂ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਜੀ, ਸਾਡੀ ਲੋਕ ਪਰਲੋਕ ਦੇ ਵਿੱਚ ਪੱਤ ਰੱਖ ਲਵੋ। ਜਾਂ ਹੇ ਪਰਮੇਸ਼ਰ ਜੀ, ਸਾਡੀ ਸਰੂਪ ਪ੍ਰਾਪਤੀ ਦੀ ਕਾਮਨਾ ਪੂਰੀ ਕਰੋ ਅਤੇ ਲੋਕ ਪਰਲੋਕ ਵਿੱਚ ਇੱਜ਼ਤ ਰੱਖਣਾ ਕਰੋ ਜੀ। ਇੱਥੇ ਪੈਸਾ ਕਮਾਉਣਾ ਸੌਖਾ ਹੈ, ਪਰ ਇੱਜ਼ਤ ਕਮਾਉਣੀ ਬੜੀ ਔਖੀ ਹੈ। ਸ਼ਲੋਕ। ਇਹ ਚੌਥਾ ਸ਼ਲੋਕ ਉਚਾਰਨ ਕਰ ਰਹੇ ਹਨ। ਸਰਦਾ ਲਾਗੀ ਸੰਗ ਪ੍ਰੀਤਮੈ। ਪਿਆਰੇ ਸਤਿਗੁਰਾਂ ਜਾਂ ਪਰਮੇਸ਼ਰ ਦੇ ਨਾਲ ਜਿਸ ਦੀ ਸ਼ਰਧਾ ਲੱਗੀ ਹੋਈ ਹੈ, ਇੱਕ ਤਿਲ ਰਹਿਣ ਨਾ ਜਾਏ। ਉਹਦੇ ਪਾਸੋਂ ਗੁਰਾਂ ਜਾਂ ਪਰਮੇਸ਼ਰ ਤੋਂ ਵਿਛੜ ਕੇ ਇੱਕ ਤਿਲ ਰਤਾ ਜਿੰਨਾ ਸਮਾਂ ਵੀ ਰਿਹਾ ਨਹੀਂ ਜਾ ਸਕਦਾ। ਮਨ ਤਨ ਅੰਤਰ ਰਵ ਰਹੇ। ਉਹ ਹਰ ਵਕਤ ਮਨ ਹਿਰਦੇ ਤੇ ਤਨ ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਉਚਾਰਨ ਕਰਦੇ ਰਹਿੰਦੇ ਹਨ। ਨਾਨਕ ਸਹਿਜ ਸੁਭਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਸੇ ਕਰਕੇ ਉਹਨਾਂ ਦਾ ਸੁਤੇ ਸਿੱਧ ਸ੍ਰੇਸ਼ਟ ਜੀਵਨ ਬਣ ਗਿਆ ਹੈ। ਕਿਉਂ ਇਹ ਜਾਣਦੇ ਨੇ ਕਿ ਹਰ ਵਕਤ ਪਰਮੇਸ਼ਰ ਮਨ ਤੇ ਤਨ ਦੇ ਅੰਦਰ ਵਿਆਪਕ ਹੋ ਰਿਹਾ। ਇਸੇ ਕਰਕੇ ਉਹਨਾਂ ਦੇ ਹਿਰਦੇ ਅੰਦਰ ਉਸ ਗਿਆਨ ਸਰੂਪ ਦਾ ਸੁਤੇ ਸਿੱਧੀ ਸ੍ਰੇਸ਼ਟ ਪ੍ਰਕਾਸ਼ ਹੋਇਆ ਹੈ। ਕਰ ਗਹਿਲਿਨੀ ਸਾਜਨ ਹੈ। ਸੱਜਣ ਸਤਿਗੁਰਾਂ ਨੇ, ਪ੍ਰਭੂ ਨੇ ਸਾਡੇ ਮਨ ਰੂਪ ਹੱਥ ਨੂੰ ਪਕੜ ਕੇ ਬਿਰਤੀ ਬ੍ਰਹਮਾਕਾਰ ਕਰਕੇ ਆਪਣੇ ਵਿੱਚ ਲੀਨ ਕਰ ਲਈ ਹੈ। ਇਸੇ ਪ੍ਰਕਾਰ ਕਰ ਗਹਿਲਿਨੀ ਸਾਜਨ ਹੈ। ਮਨ ਦੀ ਬਿਰਤੀ ਪਕੜ ਕੇ ਆਪਣੇ ਵਿੱਚ ਲੀਨ ਕਰ ਲਈ ਹੈ। ਜਨਮ ਜਨਮ ਕੇ ਮੀਤ। ਜੋ ਸਤਿਗੁਰੂ ਜੀ ਪਰਮੇਸ਼ਰ ਜੀ ਜਨਮਾਂ ਜਨਮਾਤਰਾਂ ਦੇ ਮਿੱਤਰ ਨੇ, ਜਾਂ ਜੋ ਸਤਿਗੁਰੂ ਜੀ ਜਨਮਾਂ ਜਨਮਾਤਰਾਂ ਦੇ ਵਿਛੜਿਆਂ ਦੀ ਸਹਾਇਤਾ ਕਰਨ ਵਾਲੇ ਸਾਡੇ ਮਿੱਤਰ ਹਨ, ਉਹਨਾਂ ਨੇ ਸਾਡੀ ਬਿਰਤੀ ਆਪਦੀ ਮਨ ਰੂਪ ਹੱਥ ਵਿੱਚ ਪਕੜ ਕੇ ਆਪਣੇ ਸਰੂਪ 'ਚ ਲੀਨ ਕਰ ਲਈ ਹੈ। ਚਰਨ ਹੈ ਦਾਸੀ ਕਰ ਲਈ। ਗੁਰਾਂ ਨੇ ਆਪਣੇ ਚਰਨਾਂ ਕਮਲਾਂ ਦੀ ਸਾਡੀ ਬਿਰਤੀ ਦਾਸੀ ਟਹਿਲਣ ਕਰ ਲੈਣਾ ਕੀਤੀ ਹੈ। ਨਾਨਕ ਪ੍ਰਭ ਹਿਤ ਚੀਤ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ, ਇਸ ਕਰਕੇ ਸਾਡੇ ਚਿੱਤ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਪ੍ਰੇਮ ਲੱਗਿਆ ਹੋਇਆ, ਜਾਂ ਪ੍ਰਭੂ ਚਿੰਤਨ ਵਿੱਚ ਸਾਡਾ ਹਿਤ ਲੱਗਿਆ ਹੋਇਆ ਹੈ। ਸ਼ੰਤ। ਸ਼ੰਤ ਵਾਹਿਗੁਰੂ ਦੇ ਜਸ ਵਾਲੀ ਬਾਣੀ ਸ਼ੰਤ ਸ਼ਬਦ ਉਚਾਰ ਰਹੇ ਹਨ। ਦੋ ਦੋ ਸ਼ਲੋਕ ਨੇ, ਇੱਕ ਇੱਕ ਸ਼ੰਤ ਆ ਰਿਹਾ। ਰੁੱਤ ਬਰਸ ਸੁਹੇਲੀਆ। ਬਰਸ ਵਰਖਾ ਦੀ ਵਰਸਣ ਵਾਲੀ ਰੁੱਤ ਬੜੀ ਹੀ ਸ਼ੋਭਨੀਕ ਹੁੰਦੀ ਹੈ। ਸਾਵਣ ਭਾਦਵੇ ਆਨੰਦ ਜਿਓ। ਸਾਉਣ ਤੇ ਭਾਦਰੋਂ ਦੇ ਮਹੀਨਿਆਂ ਵਿੱਚ ਵਰਖਾ ਦੀ ਵਰਸਣ ਕਰਕੇ ਆਨੰਦ ਖਿੜਿਆ ਰਹਿੰਦਾ ਹੈ। ਹੇ ਪਿਆਰੇ ਜੀਓ, ਇਸੇ ਪ੍ਰਕਾਰ ਰੁੱਤ ਬਰਸ ਸੁਹੇਲੀਆ। ਮਾਇਆ ਰੂਪੀ ਵਰਖਾ ਵਾਲੀ ਰੁੱਤ ਨੂੰ ਮਨਮੁਖ ਲੋਕਾਂ ਨੇ ਸੁਖਦਾਇਕ ਮੰਨਿਆ ਹੋਇਆ ਹੈ। ਮਾਇਆ ਦੀ ਵਰਖਾ ਹੁੰਦੀ ਰਹੇ, ਕਹਿੰਦੇ ਬੜਾ ਰੱਬ ਨੇ ਸੁੱਖ ਦਿੱਤਾ ਹੈ, ਕਿਉਂਕਿ ਇਸ ਵਰਖਾ ਵਾਲੀ ਰੁੱਤ ਵਿੱਚ ਮੋਹ ਦੇ ਬਦਲਾਂ ਵਿੱਚੋਂ
ਪਦਾਰਥਾਂ ਰੂਪੀ ਪਾਣੀ ਜੋ ਵਰਸਦਾ ਹੈ, ਪਦਾਰਥਾਂ ਦੇ ਨਾਲ ਮਾਲੋ ਮਾਲ ਰਹਿੰਦਾ ਹੈ। ਪਰ ਜਿਹੜੀ ਮਾਇਆ ਹੈ ਇਹ ਵਰਖਾ ਉਹਨਾਂ ਦੇ ਘਰਾਂ ਵਿੱਚ ਕਰਦੀ ਹੈ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਕੋਈ ਪੁੰਨ ਹੁੰਦੇ ਨੇ। ਜੇ ਪੁੰਨ ਨਾ ਹੋਣ ਫਿਰ ਮਾਇਆ ਲੱਖ ਯਤਨ ਕਰਨ ਦੇ ਬਾਵਜੂਦ ਵੀ ਹੱਥ ਨਹੀਂ ਆਉਂਦੀ। ਜੇ ਮਾੜੇ ਕਰਮ ਆ ਜਾਣ ਫਿਰ ਹੱਥ ਵਿੱਚ ਆਈ ਗਵਾਚ ਜਾਂਦੀ ਹੈ। ਇਉਂ ਬੰਦਾ ਜਿਹੜਾ ਮਾਇਆ ਧਾਰੀ ਹੈ, ਪਦਾਰਥਾਂ ਵਾਲਾ ਹੈ, ਉਹ ਆਪਦੇ ਪੁੰਨਾਂ ਨੂੰ ਖਾਈ ਜਾ ਰਿਹਾ ਹੈ, ਖਤਮ ਕਰੀ ਜਾ ਰਿਹਾ ਹੈ। ਜੇਕਰ ਉਹ ਅੱਗੇ ਵਾਸਤੇ ਕੋਈ ਪੁੰਨ ਨਹੀਂ ਕਰਦਾ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ, ਸਭ ਤੋਂ ਵੱਡਾ ਪੁੰਨ ਹੈ ਸੁਖਮਨੀ ਸਾਹਿਬ ਦਾ ਪਾਠ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। 24,000 ਸਵਾਸ ਬੰਦੇ ਦੇ ਇੱਕ ਦਿਨ ਦੇ ਵਿੱਚ 24 ਘੰਟਿਆਂ ਵਿੱਚ ਗੁਜ਼ਰਦੇ ਨੇ। ਕਹਿੰਦੇ ਨੇ 24,000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ। ਖਰਚਾ 24,000 ਹੈ, ਆਮਦਨ ਕੋਈ ਕੀਤੀ ਨਹੀਂ ਹੈ। ਜਿਹੜਾ ਜੱਟ ਆਪਦੀ ਜ਼ਮੀਨ ਦੇ ਵਿੱਚ ਬੀਜ ਬੀਜੇ ਨਾ ਤੇ ਪਹਿਲੇ ਕੰਮ ਭਰੇ ਹੋਏ ਬੋਰੀਆਂ ਲੱਗੀਆਂ ਅਨਾਜ ਦੀਆਂ ਖਾਈ ਜਾਵੇ, ਵਰਤਾਈ ਜਾਏ, ਉਹ ਬਾਅਦ ਦੇ ਵਿੱਚ ਮੁਸ਼ਕਲ 'ਚ ਪੈ ਸਕਦਾ ਹੈ। ਕਿਉਂਕਿ ਅੱਗੇ ਫਸਲ ਬੀਜੀ ਨਹੀਂ, ਪਿਛਲਾ ਖਾ ਲਿਆ, ਹੰਡਾ ਲਿਆ। ਇਉਂ ਹੁਣ ਵਰਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਗਿਆ ਖਾਏ, ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ। ਇਹ ਮਨੁੱਖਾ ਜਨਮ ਦਾ ਬੱਤਰ ਆਇਆ ਹੋਇਆ। ਅੰਮ੍ਰਿਤ ਵੇਲੇ ਹਰ ਅੰਮ੍ਰਿਤ ਵੇਲੇ ਵਰਤੇਗਾ ਬੀਜਿਆ ਭਗਤ ਖਾਏ ਖਚਰੇ ਨ ਖੁੱਟੇ ਨਾਹੀ। ਅੰਮ੍ਰਿਤ ਵੇਲੇ ਦਾ ਬੱਤਰ ਹੈ, ਇਹਨੂੰ ਸਾਂਭਿਆ ਹੀ ਨਹੀਂ। ਅੰਮ੍ਰਿਤ ਵੇਲੇ ਦਾ ਨਾਮ ਜਪਿਆ ਹੀ ਨਹੀਂ। ਫਿਰ ਅੱਗੇ ਭੁੱਖ ਲੱਗੀ ਤੂੰ ਕੀ ਖਾਏਗਾ, ਭੁੱਖਾ ਮਰੇਗਾ, ਨਰਕਾਂ 'ਚ ਪੈ ਕੇ ਜੂਨਾ ਭੋਗੇਗਾ। ਇਉਂ ਮਾਇਆ ਦੀ ਵਰਖਾ 'ਚ ਆਨੰਦ ਤਾਂ ਬੜਾ ਹੈ, ਤੇ ਪਰ ਜੇ ਆਨੰਦ ਲਈ ਗਏ, ਆਪਦਾ ਸਾਂਭਿਆ ਨਾ, ਖਾਈ ਗਏ, ਹੰਡਾਈ ਗਏ, ਤੇ ਮਾਇਆ ਧਾਰੀ ਅਤਨਾ ਬੋਲਾ ਸ਼ਬਦ ਨਾ ਸੁਣੀ ਉਹ ਰੋਲ ਵਿਚੋਲਾ, ਆਪਦਾ ਹੀ ਰੋਲ ਵਿਚੋਲਾ ਪਾਈ ਰੱਖਿਆ। ਖਾਣਾ ਪੀਣਾ ਹੱਸਣਾ ਸੌਣਾ ਨੱਚੀ ਗਏ, ਗਾਈ ਗਏ, ਖਾਈ ਗਏ, ਹੰਡਾਈ ਗਏ। ਵਿਸਰ ਗਿਆ ਹੈ ਮਰਨਾ, ਮਰਨਾ ਵੀ ਭੁੱਲ ਗਿਆ, ਨਾਮ ਵੀ ਭੁੱਲ ਗਿਆ। ਖਸਮ ਵਿਸਾਰ ਖੁਆਰੀ ਕੀਤੀ, ਵਾਹਿਗੁਰੂ ਨੂੰ ਭੁਲਾ ਕੇ ਖਰਾਬੀਆਂ ਕੀਤੀਆਂ, ਸ਼ਰਾਬਾਂ ਬਾਬਾ ਵਰਦੀਆਂ, ਗੁਲਸ਼ਨੇ ਉਡਾਏ। ਤੇ ਤ੍ਰਿਗ ਜੀਵਨ ਨਹੀਂ ਰਹਿਣਾ, ਕਹਿੰਦੇ ਜੀਵਨ ਨੂੰ ਤ੍ਰਿਗਾਕਾਰ ਰਹਿਣਾ ਤਾਂ ਹੈ ਨਹੀਂ, ਫਿਰ ਨਰਕਾਂ 'ਚ ਪਊਗਾ। ਇਸ ਲਈ ਜੇ ਪਰਮੇਸ਼ਰ ਨੇ ਮਾਇਆ ਦਿੱਤੀ ਹੈ, ਉਦਾਰ ਦਿੱਤੇ ਨੇ, ਤੇ ਉਸ ਵਾਹਿਗੁਰੂ ਨੂੰ ਯਾਦ ਕਰਨਾ ਵੀ ਸਾਡਾ ਧਰਮ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤੇ ਸਿਰ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਕਰੇ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਸੋ ਇਸ ਲਈ ਇਹ ਜੋ ਮਾਇਆ ਰੂਪੀ ਵਰਖਾ ਵਾਲੀ ਰੁੱਤ ਨੂੰ ਮਨਮੁਖ ਲੋਕਾਂ ਨੇ ਸੁਖਦਾਇਕ ਮੰਨਿਆ, ਕਿਉਂਕਿ ਇਸ ਵਰਖਾ ਵਾਲੀ ਰੁੱਤ 'ਚ ਮੋਹ ਨੂੰ ਬਦਲਾਂ 'ਚੋਂ ਪਦਾਰਥਾਂ ਨੂੰ ਪਾਣੀ ਵਰਸਦਾ ਹੈ। ਇਸੇ ਪ੍ਰਕਾਰ ਰੁੱਤ ਬਰਸ ਸੁਹੇਲੀਆ, ਜਗਿਆਸੂਆਂ ਵਾਸਤੇ ਜਦ ਗੁਰੂ ਰੂਪੀ ਬੱਦਲ ਉਪਦੇਸ਼ ਨੂੰ ਵਰਖਾ ਕਰਕੇ ਵਸਦੇ ਨੇ, ਇਹੀ ਵਰਖਾ ਦੀ ਰੁੱਤ ਸ਼ੋਭਨੀ ਬਣੀ ਹੋਈ ਹੈ। ਸਾਵਣ ਭਾਦਵੇ ਆਨੰਦ ਜੀਓ, ਇਸ ਕਰਕੇ ਭਾਦਵੇ ਦਵੈਤ ਭਾਵ ਸੜ ਜਾਂਦਾ ਤੇ ਸ਼ੌਕ ਅਵਸਥਾ ਦੀ ਪ੍ਰਾਪਤੀ ਹੋਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ। ਘਾਣਾ ਉਹਨਾਂ ਬੁੱਠੇ, ਬਰਸਾਤ ਰੁੱਤ ਵਿੱਚ ਬੱਦਲ ਝੁਕ ਝੁਕ ਕੇ ਵਰਸਦੇ ਹਨ। ਜਲ ਥਲ ਉਰਿਆ ਮਕਰੰਦ ਜੀਓ, ਇਹ ਪਿਆਰੇ ਜੀਓ, ਜਿਸ ਕਰਕੇ ਜਲ ਤਰਲ ਤੇ ਥਲ ਖੁਸ਼ਕ ਥਾਵਾਂ ਵਿੱਚ ਜਲ ਪੂਰਿਆ ਭਰ ਜਾਂਦਾ ਹੈ। ਇਸੇ ਪ੍ਰਕਾਰ ਘਾਣਾ ਉਹਨਾਂ ਬੁੱਠੇ, ਜਦ ਗੁਰੂ ਰੂਪੀ ਬਦਲ ਜਗਿਆਸੂ ਦੇ ਤਾਈਂ ਝੁਕ ਕੇ ਭਾਵ ਦਿਆਲੂ ਹੋ ਕੇ ਨਾਮ ਉਪਦੇਸ਼ ਨੂੰ ਜਲ ਦੀ ਵਰਖਾ ਕਰਦੇ ਨੇ, ਤਦ ਜਲ ਦੀ ਨਿਆਈ ਉੱਤਮ ਅਧਿਕਾਰੀ ਤੇ ਮਹਾਰਾਜ ਕਹਿੰਦੇ ਨੇ, ਜਲ ਥਲ ਉਰਿਆ ਮਕਰੰਦ ਜੀਓ, ਜਲ ਦੀ ਤਰ੍ਹਾਂ ਉੱਤਮ ਅਧਿਕਾਰੀ, ਥਲ ਦੀ ਤਰ੍ਹਾਂ ਕ੍ਰਿਸ਼ ਅਧਿਕਾਰੀ, ਇਤਿਆਦਿਕ ਸਭ ਦੇ ਵਿੱਚ ਬ੍ਰਹਮ ਰੂਪ ਜਲ ਨੂੰ
परिपूर्ण निश्चय किया है। इसी प्रकार जल थल पूरिया मकरंद जियो जल की तरह उत्तम अधिकारी, थल की तरह कनिष्ठ अधिकारी आदि सब दे विच परमेश्वर की प्राप्ति का प्रेम रूपी जल भरिया हुआ है। इसी प्रकार जल थल पूरिया मकरंद जियो गुरु साहब जी कनिष्ठ अधिकारियां आदि सो सब दी मनोकामनावां पूरियां करते हैं। ये नहीं भी जिहड़े पापी ने गुनाही हैं उन्हां दी कामना पूरियां नहीं होंदियां। जो भी भावना नाल मत्था टेकदा उहदी भावना पूरी हुंदी है। प्रभु घालिया इसे करके दिल ना गवाई, महाराज उहदे कर्मां वल नहीं वेखदा। मौके ते जो भावना प्रेम बना ले उस मौके का फल दिंदा है। अति उत्तम अधिकारियों को ब्रह्म स्वरूप रूपी जल की प्राप्ति कराते हैं। जितना बेड़ी के विच तरता लोहा भी जाता, सोना भी जाता, पर अगे जाके लोहे का लोहा पीता, सोने का सोना पीता। जिहड़े मेरे वर्गे मिनट मिनट से गलतियां करके फिर कहते कोई अमर छक लवांगे। जितना वैल्डिंग की लेयर ला के लोहा जुड़ता जाता पर लेयर दिखती तो रही है। धागा टुट जाए गंढ तो पै ही जाती है ना। इस वास्ते जी असली चीज है उसका मुल वधिया ज्यादा होता है कि वो जोड़े ब्रह्म थे सच्चे सच्चे गुणा वाले ने उन्होंने कीमत ज्यादा है। उत्तम अधिकारियों को ब्रह्म स्वरूप रूपी जल की प्राप्ति कराते हैं। प्रभ पूर रहया सर्व ठाई जिवें बरसात के मौसम में वर्खा पैण करके सब थावां ते पानी भर जाता है, इसी तरह जो सारिया थावां या हृदय रूप थावां विच परमेश्वर परिपूर्ण हो रहा है। हर नाम नव निध गृह भरे उस हरि परमेश्वर का नाम जपण वाले पुरख के घर प्रभ कै सिमरन रिद सिद्ध नौ निध। रिधियां सिद्धियां नौ निधियां आ गई ने या नौ गोलकां का निध आसरा रूप परमेश्वर के नाल प्रेम करने करके हृदय रूपी घर आनंद के नाल भर गया है। आनंद भरिया मेरी माए सतगुरु में पाया, सतगुरु का पाया सहज सेती मन बजिया बधाइयां। इसी प्रकार हर नाम नव निध गृह भरे उस हरि परमेश्वर के नाम रूपी नौ निधि नाल गुरमुख जना के हृदय रूपी घर लबालब पूरे भरे पए हैं। सिमर स्वामी अंतर जामी इन्होंने अंदर की जानने वाले मालिक परमेश्वर को याद किया है। कुल समूहा सब परे उन्होंने सारिया कुलों के सारे जीव तर गए या उन्होंने जड़ियां पिछे सारिया कुलों बेगत हुई पई सन वो सब तर गई। समूह कुला होर सब संगत करने वाले पुरुष वो भी तर गए, मुक्त हो गए हैं। धन 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 जन आया जिस प्रसाद सब जगत उतराया। जन आमन का यह सुआओ जन के संग चित आवे नाओ। आप मुक्त मुक्त करे संसार नानक तिस जन को सदा नमस्कार। आप तरे तारेन सरिठा धन सो कुल धन सो पिता धन सो माता जिन जन जने जिन सास में रास्ते है मेन हर हर से साची दर्ग हर जन बने। प्रिय रंग जागे नह शिदर लागे जो प्यारे परमेश्वर के प्रेम की जाग पए उन्होंने काम क्रोध आदि कोई भी जड़ा शिदर ऐब कलंक दोष नहीं लगता है। कृपाल सदबख सिंध जियो क्योंकि कृपालु दयालु परमेश्वर सदा हमेशा अवगुण में बख्शण वाला है जी। या कृपालु परमेश्वर सदा ही बख्शिश करने वाला है।
ਬਲਵੰਤ ਨਾਨਕ ਹਰ ਕੰਤ ਪਾਇਆ। ਸਤਿਗੁਰੂ ਸਾਹਿਬ ਜੀ ਬੇਨਤੀ ਗੁਰੂ ਕਥਨ ਕਰਦੇ ਨੇ ਕਿ ਅਸਾਂ ਨੇ ਹਰੀ ਮਤੀ ਨੂੰ ਪ੍ਰਾਪਤ ਕਰ ਲਿਆ ਹੈ। ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ। ਸਦਾ ਮਨ ਭਵੰਤ ਜਿਉ, ਜੋ ਸਦਾ ਹਮੇਸ਼ਾ ਹੀ ਹਿਰਦੇ ਵਿੱਚ ਭਾਉਂਦਾ ਹੈ। हे ਪਿਆਰੇ ਜੀ, ਹਮੇਸ਼ਾ ਹੀ ਜੋ ਚੰਗਾ ਲੱਗਦਾ ਹੈ। ਸ਼ਲੋਕ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਪਾਵਨ ਸ਼ਲੋਕ ਉਚਾਰ ਰਹੇ ਹਨ। ਆਸ ਪਿਆਸੀ ਮੈਂ ਫਿਰਾਉ, ਇੱਛਾ ਕਰਕੇ ਦਰਸ਼ਨਾਂ ਦੀ ਪਿਆਸੀ ਮੇਰੇ ਚਿੱਤ ਦੀ ਬਿਰਤੀ ਫਿਰਦੀ ਹੈ ਕਿ ਕਬ ਵੇਖੋ ਗੋਪਾਲ, ਮੈਂ ਕਦ ਪ੍ਰਿਥਵੀ ਦੇ ਪਾਲ ਪਰਮੇਸ਼ਰ ਦੇ ਦਰਸ਼ਨ ਵੇਖਣਾ ਕਰਾਂ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਮੋਹ ਅੰਦਰ ਮੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੈ ਕੋਈ ਸਾਜਨ ਸੰਤ ਜਨ, ਕੋਈ ਅਜਿਹਾ ਸਰਵਣ ਕਰਾਉਣ ਵਾਲਾ ਸੱਜਣ, ਮੰਨਣ ਕਰਾਉਣ ਵਾਲਾ ਸੰਤ, ਤਿੰਨ ਦੀ ਆਸਨ ਕਰਾਉਣ ਵਾਲਾ ਪ੍ਰੇਮੀ ਹੈ। ਕਿਆ ਇਸੇ ਪ੍ਰਕਾਰ ਹੈ ਕੋਈ ਸਾਜਨ ਸੰਤ ਜਨ, ਉਹ ਸੰਤ ਸੱਜਣ ਸਾਡਾ ਮਨ ਬਾਣੀ ਸਰੀਰ ਕਰਕੇ ਪਿਆਰਾ ਹੈ। ਨਾਨਕ ਪ੍ਰਭ ਮੇਲਣ ਹਾਰ, ਸਤਿਗੁਰੂ ਸਾਹਿਬ ਜੀ ਕਦਰ ਕਰਦੇ ਨੇ ਕਿ ਜੋ ਪਰਮੇਸ਼ਰ ਨਾਲ ਮਿਲਣ ਵਾਲਾ ਹੋਵੇ। ਜਗਿਆਸੂ ਵੱਲੋਂ ਮਹਾਤਮਾ ਜਨ ਅੱਗੇ ਬੇਨਤੀ ਹੈ। ਬਿਨ ਮਿਲਵੇ ਸਾਧ ਨਾ ਉਪਜੈ, ਉਸ ਨਾਲ ਮਿਲੇ ਤੋਂ ਬਿਨਾ ਦੁਵੈਤ ਦੇ ਵਿੱਚ ਲੱਗਣੇ ਕਰਕੇ ਸ਼ਾਂਤੀ ਪੈਦਾ ਨਹੀਂ ਹੁੰਦੀ ਹੈ। ਦਿਲ ਪਲ ਰਹਿਣ ਨਾ ਜਾਏ, ਅਤੇ ਪਲ ਵਿੱਚੋਂ ਦਿਲ ਰਤਾ ਭਰ ਸਮਾਂ ਵੀ ਵਾਹਿਗੁਰੂ ਦੇ ਮਿਲੇ ਤੋਂ ਬਿਨਾ ਰਿਹਾ ਨਹੀਂ ਜਾਂਦਾ। ਅੱਗੇ ਮਹਾਤਮਾ ਜਨੰਤਰ ਵਿੱਚ ਬਖਸ਼ਿਸ਼ ਕਰਦੇ ਹਨ। ਹਰ ਸਾਧ ਹੈ ਸ਼ਰਨਾਗਤੀ, ਪਰਮੇਸ਼ਰ ਦਾ ਨਾਮ ਜਪਣ ਵਾਲੇ ਸੰਤ ਜਨਾਂ ਦੀ ਸ਼ਰਨੋਂ ਪ੍ਰਾਪਤ ਹੋਣਾ ਕਰ। ਨਾਨਕ ਆਸ ਪੁਜਾਏ, ਉਹੀ ਤੇਰੀ ਆਸ ਉਹ ਵਾਹਿਗੁਰੂ ਜੀ ਪੂਰੀ ਕਰਨਗੇ ਗੁਰਮੁਖ। ਸ਼ਾਂਤ ਸ਼ੰਤ ਵਾਹਿਗੁਰੂ ਦਾ ਜਸ ਉਚਾਰ ਰਹੇ ਨੇ। ਰੁੱਤ ਸ਼ਬਦ ਅਡੰਬਰੋ, ਹੁਣ ਸਿਆਲੇ ਦੀ ਰੁੱਤ ਬੜੀ ਹੀ ਸੁੰਦਰ ਬਨਾਵਟ ਬਣੀ ਹੋਈ ਹੈ। ਜਾਂ ਇਸੇ ਪ੍ਰਕਾਰ ਰੁੱਤ ਸ਼ਬਦ ਅਡੰਬਰੋ, ਬੜਾ ਸੋਹਣਾ ਉਦਮ ਬਣਿਆ ਹੋਇਆ ਹੈ। ਆ ਕਿਆ ਸੋਹਣੀ ਹਵਾ ਆ ਰਹੀ ਹੈ। ਇਹ ਸਿਆਲੇ ਦੀ ਰੋਟੀ ਬਣੀ ਹੋਈ ਹੈ। ਕਿੰਨੇ ਉੱਚੇ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰ। ਸੋ ਗੁਰੂ ਮਹਾਰਾਜ ਦੇ ਚੁਬਾਰਾ ਸਾਹਿਬ ਬਣਿਆ ਹੋਇਆ, ਉੱਚੇ ਮੰਦਰ ਬਣੇ ਹੋਏ ਨੇ। ਚਾਰ ਸਵੇਰੇ ਤੋਂ ਕਿਆ ਸੋਹਣੀ ਠੰਡੀ ਹਵਾ ਆ ਰਹੀ ਹੈ। ਇਹ ਸਰਦ ਅਡੰਬਰ ਬਣਿਆ। ਅਡੰਬਰ ਤੰਬੂ ਦੀ ਤਰ੍ਹਾਂ ਛੱਤ ਤਾਣੀ ਹੋਈ ਹੈ, ਜਿਸ ਉੱਤੇ ਆਕਾਸ਼ ਰੂਪੀ ਚੰਦਵਾ ਤਾਣਿਆ ਹੋਇਆ, ਤਾਰਿਆਂ ਰੂਪੀ ਬਲੌਰ ਤੇ ਚੰਦ ਸੂਰਜ ਦੇ ਦੋ ਡੱਬੇ ਲੱਗੇ ਹੋਏ ਹਨ। ਐਸੀ ਸਰਦ ਰੁੱਤ ਦੀ ਸੋਹਣੀ ਬਣਾਵਟ ਬਣੀ ਹੋਈ ਹੈ। ਅਸੂ ਕਤਕੇ ਹਰ ਪਿਆਸ ਜੀਓ, ਅਸੂ ਅਤੇ ਕੱਤਕ ਦੇ ਮਹੀਨੇ ਵਿੱਚ ਹਰੀ ਪਰਮੇਸ਼ਰ ਦੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ ਉਹ ਧੰਤਾ ਦੇ ਯੋਗ ਹਨ। ਇਸੇ ਪ੍ਰਕਾਰ ਅਸੂ ਕਤਕੇ ਹਰ ਪਿਆਸ ਜੀਓ, ਸਰਬੋ ਅਸੇ ਭਾਵ ਚਾਰ ਸਵੇਰੇ ਪਰਮੇਸ਼ਰ ਦੇ ਨਾਮ ਨੂੰ ਸੋ ਸੁਣਦੇ ਨੇ ਤੇ ਕਰਮਾਂ ਨੂੰ ਕੱਤਣ ਵਾਲੇ ਨੇ। ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਪ੍ਰਾਪਤੀ ਦੀ ਪਿਆਸ ਲੱਗੀ ਹੋਈ ਹੈ। ਭੋਜੰਤੀ ਦਰਸ਼ਨ ਫਿਰਤਾ, ਉਹਨਾਂ ਦੀ ਬਿਰਤੀ ਪ੍ਰਭੂ ਦੇ ਦਰਸ਼ਨ ਦਿਦਾਰਿਆਂ ਦੇ ਤਾਈਂ ਖੋਜਦੀ ਫਿਰਦੀ ਹੈ। ਕਬ ਮਿਲਿਆ ਗੁਣ ਪਾਸ ਜੀਓ, ਇਹ ਕਦ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਮਿਲੇਗਾ। ਇਹ ਪਿਆਰੇ ਜੀਓ, ਬਿਨ ਕੰਤ ਪਿਆਰੇ, ਪਿਆਰੇ ਪਤੀ ਪਰਮੇਸ਼ਰ ਦੇ ਮਿਲੇ ਤੋਂ ਬਿਨਾ ਨਹਿ ਸੁਖ ਸਾਰੇ, ਸਾਰੇ ਸੁੱਖ ਜਾਂ ਪੂਰਨ ਸੁੱਖ ਨਹੀਂ ਹੋ ਸਕਦਾ।
ਜਾਂ ਸਾਰੀ ਦੁਨੀਆ ਨੂੰ ਤੱਕ ਕੇ ਵੇਖਿਆ ਕਿ ਸਾਰ ਬ੍ਰਹਮ ਦੀ ਪ੍ਰਾਪਤੀ ਤੋਂ ਬਿਨਾਂ ਆਤਮਿਕ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ ਹੈ। ਹਾਰ ਕੰਗਣ ਧ੍ਰਿਗ ਬਿਨਾ ਧ੍ਰਿਗ ਬਨਾ। ਹਾਰ ਅਤੇ ਕੰਗਣ ਆਦਿ ਦਾ ਜੋ ਸ਼ਿੰਗਾਰ ਬਣਿਆ ਉਹ ਤਰਕਾਰੀ ਹੋ ਗਏ ਜਾਂ ਦਿਖਾਵੇ ਮਾਤਰ ਹਰ ਹਰ ਕਰਨ ਬਹਾਰ ਤੇ ਕਰਤਾ ਕਰਤਾ ਕਰ ਕੰਗਣ ਆਦਿ ਕਹਿ ਲੈਣੇ ਕਿ ਉੱਪਰੋਂ ਭੇਡ ਦੇ ਬਾਣੇ ਬਣਾਏ ਧ੍ਰਿਗਾ ਕਾਰ ਯੋਗ ਹਨ ਜਾਂ ਜਿਹੜੇ ਉੱਪਰੋਂ ਦਿਖਾਵੇ ਮਾਤਰ ਕਹਿਣਾ ਕਿ ਮੇਰੇ ਹਿਰਦੇ ਨੂੰ ਕੰਡ ਵਿੱਚ ਤਾਂ ਪ੍ਰਭੂ ਨਾਮ ਦਾ ਹੀ ਹਾਰ ਪਾਇਆ ਹੋਇਆ ਤੇ ਕੰਗਣ ਦੀ ਤਰ੍ਹਾਂ ਮੈਨੂੰ ਸਰੂਪ ਦਾ ਹਸਤਾ ਮਲਵਤ ਬੋਧ ਹੈ। ਕਿਉਂ ਐਸੇ ਵਚਨਾਂ ਦੇ ਕਹਿਣ ਨੂੰ ਧ੍ਰਿਗਾਕਾਰ ਜਿਹੜਾ ਹਾਰ ਪਾਪ ਪ੍ਰਾਣਾਯਾਮ ਕਰਨਾ ਕੰਗਣ ਦੀ ਤਰ੍ਹਾਂ ਸਰੀਰ ਨੂੰ ਸੂਖਮ ਕਰਨਾ ਐਸੇ ਬਾਣੀ ਬਣਾਉਣੇ ਧ੍ਰਿਕਾਰ ਹੈ। ਸੁੰਦਰ ਸੁਜਾਨ ਚਤਰ ਬੇਟੀ। ਭਾਵੇਂ ਜੀਵਨ ਬਿਸਤਰੀ ਸੋਹਣੇ ਸਰੀਰ ਵਾਲੀ ਹੋਵੇ, ਭਾਵੇਂ ਸ਼ਾਸਤਰਾਂ ਦੀ ਗਿਆਤ ਹੋਵੇ, ਭਾਵੇਂ ਵਾਕਾਂ ਵਿਹਾਰਨ ਚਤੁਰ ਹੋਵੇ, ਵੇਦਾਂ ਦੀ ਜਾਣੂ ਭਗਤੀ ਹੋਵੇ। ਸਾਸ ਬਿਨ ਜੈਸੇ ਤਨਾ। ਪਰੰਤੂ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਤਾਂ ਇਉਂ ਹੈ ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਮੁਰਦਾ ਹੈ। ਈਤ ਉਦ ਦਹ ਦਿਸ ਅਲੋਕਨ। ਇੰਦਰ ਉਦ ਇਸ ਲੋਕ ਦੇ ਪਦਾਰਥਾਂ ਨੂੰ ਪਰਲੋਕ ਦੇ ਵਿੱਚ ਸਵਰਗ ਦੇ ਸੁੱਖਾਂ ਤੇ ਦਸੇ ਦਿਸ਼ਾਵਾਂ ਵੱਲ ਨੂੰ ਵੇਖਣਾ ਕੀਤਾ ਹੈ। ਜਾਂ ਇਸੇ ਪ੍ਰਕਾਰ ਈਤ ਉਦ ਦਹ ਦਿਸ ਅਲੋਕਨ। ਈਤ ਭਾਵ ਚਤੁਰ, ਉਤ ਭਾਵ ਮੂਰਖ, ਵਿਦਵਾਨਾਂ ਦੇ ਅਨਪੜ੍ਹ ਆਦਿਕ ਸਾਰਿਆਂ ਨੂੰ ਤੇ ਦਸੋਂ ਦਿਸ਼ਾਵਾਂ ਦੇ ਪਦਾਰਥਾਂ ਨੂੰ ਆਪਾਂ ਨੇ ਵੇਖਿਆ ਹੈ। ਮਨ ਮਿਲਣ ਕੀ ਪ੍ਰਭ ਪਿਆਸ ਜੀਓ। ਪਰ ਮਨ ਹਿਰਦੇ ਚ ਵਾਹਿਗੁਰੂ ਦੇ ਮਿਲਾਪ ਦੀ ਚਾਹਨਾ ਹੈ ਜੀ। ਜਾਂ ਇਸੇ ਪ੍ਰਕਾਰ ਮਨ ਮਿਲਣ ਕੀ ਪ੍ਰਭ ਪਿਆਸ ਜੀਓ। ਇਹ ਪਿਆਰੇ ਜੀਓ ਮਨ ਵਿੱਚ ਉਸ ਵਾਹਿਗੁਰੂ ਦੇ ਮਿਲਣ ਦੀ ਇੱਛਾ ਲੱਗੀ ਹੋਈ ਹੈ। ਗੀਤ ਉਤ ਦਹ ਦਿਸ ਅਲੋਕਨ। ਗੀਤ ਇਸ ਜੀਵ ਦੇ ਸਰੂਪ ਨੂੰ ਤੇ ਉਸ ਈਸ਼ਰ ਦੇ ਸਰੂਪ ਦਾ ਨਿਰਣਾ ਕਰਕੇ ਵੇਖਿਆ ਹੈ ਕਿ ਜੀਵ ਅਲਪਗ ਹੈ ਤੇ ਈਸ਼ਰ ਸਰਬੱਗ ਹੈ ਤੇ ਦਸੋਂ ਦਿਸ਼ਾਵਾਂ ਦੇ ਗੁਣਾ ਪਦਾਰਥਾਂ ਇੰਦਰੀਆਂ ਦਾ ਦਮਨ ਆਦਿਕ ਸਾਧਨਾ ਨੂੰ ਕਰਕੇ ਵੇਖਿਆ ਹੈ। ਮਨ ਮਿਲਣ ਕੀ ਪ੍ਰਭ ਪਿਆਸ ਜੀਓ। ਪਰ ਫਿਰ ਵੀ ਇਹ ਪਿਆਰੇ ਜੀਓ ਮਨ ਵਿੱਚ ਉਸ ਵਾਹਿਗੁਰੂ ਦੇ ਮਿਲਣ ਦੀ ਪਿਆਸ ਇੱਛਾ ਲੱਗੀ ਹੋਈ ਹੈ। ਨਿਰਵੰਤ ਨਾਨਕ ਧਾਰ ਕਿਰਪਾ। ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਕਿ ਜਗਿਆਸੂ ਰੂਪ ਇਸਤਰੀ ਪਰਮੇਸ਼ਰ ਦੇ ਅੱਗੇ ਇੰਝ ਬੇਨਤੀ ਕਰੇ ਕਿ ਹੇ ਵਾਹਿਗੁਰੂ ਤੁਸੀਂ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕਰੋ। ਮੇਲੋ ਪ੍ਰਭ ਗੁਣ ਤਾਸ ਜੀਓ। ਅਰੇ ਹੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀ ਮੈਨੂੰ ਆਪਣੇ ਸਰੂਪ ਦੇ ਨਾਲ ਮੇਲ ਲੈਣਾ ਕਰੋ। ਸ਼ਲੋਕ ਸ਼ਲੋਕ ਸ਼ਬਦ ਦਾ ਨਾਮ ਹੈ। ਜਲਣ ਬੁਝੀ ਸੀਤਲ ਭਏ। ਗੁਰਾਂ ਦੀ ਕਿਰਪਾ ਸਦਕਾ ਪ੍ਰਭੂ ਵਿਛੋੜੇ ਦੀ ਜਲਣ ਦਾ ਬੁਝ ਗਈ ਨਿਵਰਤ ਹੋ ਗਈ ਅਤੇ ਸ਼ਾਂਤ ਸਰੂਪ ਨੂੰ ਪਾ ਕੇ ਸੀਤਲ ਹੋ ਗਏ ਹਾਂ। ਮਨ ਤਨ ਉਪਜੀ ਸਾਪ। ਤਪਤ ਮਾਹੀ ਠਾਂਡ ਵਰਤਾਈ ਅਨੰਦ ਭਇਆ ਦੁਖ ਨਾ ਠੇਕਾਈ। ਮਨ ਹਿਰਦੇ ਤੇ ਤਨ ਸਰੀਰ ਚ ਵਾਸ਼ਨਾ ਦੀ ਨਿਵਰਤੀ ਹੋਣ ਕਰਕੇ ਸ਼ਾਂਤੀ ਪੈਦਾ ਹੋ ਗਈ ਹੈ। ਨਾਨਕ ਪ੍ਰਭ ਪੂਰਨ ਮਿਲੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਦ ਵਿਆਪਕ ਪਰਮੇਸ਼ਰ ਆਪ ਮਿਲੇ ਪ੍ਰਾਪਤ ਹੋਏ ਹਨ। ਦੁਤੀਆ ਬਿਨਸੀ ਭ੍ਰਾਂਤ। ਅਦਵੈਤ ਭਾਵ ਤੇ ਭ੍ਰਾਂਤੀ ਨਾਸ਼ ਹੋ ਗਈ ਹੈ। ਸਾਧ ਪਠਾਏ ਆਪ ਹਰ। ਹਰੀ ਪਰਮੇਸ਼ਰ ਨੇ ਆਪ ਸ੍ਰੇਸ਼ਟ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਦੇ ਜੀਵਾਂ ਨੂੰ ਸ਼ੁਭ ਮਾਰਗ ਦੇ ਪਾਉਣ ਵਾਸਤੇ ਭੇਜਿਆ ਹੈ। ਗੁਰੂ ਨਾਨਕ ਜਗ ਮਾਹੀ ਪਠਾਇਆ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਹਮ
ਤੁਮ ਤੇ ਨਾਹੀ ਦੂਰ। ਅਤੇ ਗੁਰਾਂ ਦੀ ਉਪਦੇਸ਼ ਦੇ ਵਿੱਚ ਦੱਸਿਆ ਹੈ ਕਿ ਪਰਮੇਸ਼ਰ ਸਾਖੀ ਰੂਪ ਹੋਣ ਕਰਕੇ ਸਾਡੇ ਤੋਂ ਤੇ ਤੁਹਾਡੇ ਜੀਵਾਂ ਤੋਂ ਦੂਰ ਨਹੀਂ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਨੀਰੈ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ। ਨਾਨਕ ਭ੍ਰਮ ਭੈ ਮਿਟ ਗਏ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਾਂ ਨੇ ਉਪਦੇਸ਼ ਦੁਆਰਾ ਸਮਝਾਇਆ ਹੈ ਕਿ ਜਦ ਰਮਣ ਰਾਮ ਭਰਪੂਰ। ਪਰਮੇਸ਼ਰ ਨੂੰ ਸਰਬ ਥਾਈਂ ਵਿਆਪਕ ਜਾਣ ਕੇ ਉਸ ਦੇ ਨਾਮ ਨੂੰ ਉਚਾਰਨ ਕਰਦੇ ਨੇ। ਉਹਨਾਂ ਦਾ 5 ਪ੍ਰਕਾਰ ਦਾ ਧਰਮ, 7 ਪ੍ਰਕਾਰ ਦਾ ਡਰ, ਇਹ ਤਿਆਗ ਸਭ ਨਿਵਰਤ ਹੋ ਗਿਆ ਹੈ। ਸ਼ਾਂਤ ਜਸ ਰੂਪ ਬਾਣੀ ਉਚਾਰ ਰਹੇ ਨੇ। ਰੁੱਤ ਸਿਸਿਅਰ ਸੀਤਲ। ਠੰਡ ਵਾਲੀ ਰੁੱਤ ਅਤਿਅੰਤ ਠੰਡੀ ਹੁੰਦੀ ਹੈ। ਹਰ ਪ੍ਰਗਟੇ ਮੰਗਰ ਪੋਹੇ ਜਿਉ। ਇਸ ਰੁੱਤ ਦੇ ਮਨੁੱਖਾ ਜਨਮ ਰੂਪੀ ਮੱਘਰ ਤੇ ਪੋਹ ਦੇ ਮਹੀਨੇ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਪ੍ਰਗਟ ਹੋਏ ਹਨ। ਜਾਂ ਹਿਮ ਕਰ ਠੰਡ ਪਾਲੇ ਵਾਲੀ ਰੁੱਤ ਪਾਤਸ਼ਾਹ ਜੀ ਕਥਨ ਕਰਦੇ ਨੇ। ਰੁੱਤ ਸਿਸਿਅਰ ਸੀਤਲ। ਇਹ ਅਤਿਅੰਤ ਠੰਡੀ ਹੁੰਦੀ ਹੈ। ਹਿਮ ਕਰ ਰੁੱਤ ਅਤ ਭਾਵ ਤੇ ਇਸੇ ਰੁੱਤ ਦੇ ਹਰ ਪ੍ਰਗਟੇ ਮੰਗਰ ਪੋਹੇ ਜਿਉ। ਮੱਘਰ ਤੇ ਪੋਹ ਦੇ ਮਹੀਨੇ ਚ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਪ੍ਰਗਟ ਹੋਇਆ ਹੈ। ਜਾਂ ਜਦ ਉਹ ਦੀ ਤਰ੍ਹਾਂ ਬਿਰਧ ਅਵਸਥਾ ਵਿੱਚ ਮਨ ਮੇਰੇ ਅੰਤਰਗਤ ਨੂੰ ਵੀ ਘਰ ਦੇ ਅੰਦਰ ਪਰਮੇਸ਼ਰ ਜੀ ਪ੍ਰਗਟ ਹੋ ਗਏ। ਤਦ ਮੈਂ ਪਰਮੇਸ਼ਰ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਧਿਆਈ ਪਾ ਕੇ ਵੱਡਾ ਹੋ ਗਿਆ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਰੁੱਤਾਂ ਦੀ ਤਰਤੀਬ ਬਣਾਈ ਹੈ ਉਹਦੇ ਅਨੁਸਾਰ ਕੋਸ਼ਾਂ ਵਿੱਚ ਵੀ ਉਹਨਾਂ 12 ਮਹੀਨਿਆਂ ਦੇ ਚੱਲਦੀ ਰੁੱਤ ਨਾਲ ਅਰਥ ਸਪਸ਼ਟ ਹੋ ਜਾਂਦੇ ਨੇ। ਜਿਸ ਕਰਕੇ ਰੁੱਤਾਂ ਨੂੰ ਅਨਵੇਂ ਕੀਤੇ ਤੋਂ ਬਿਨਾਂ ਅਰਥ ਇਸ ਦਾ ਸਪਸ਼ਟ ਹੋ ਜਾਂਦਾ ਹੈ। ਜਲਨ ਬੁਝੀ ਦਰਸ ਪਾਇਆ। ਉਹਨਾਂ ਦੀ ਤ੍ਰਿਸ਼ਨਾ ਨੂੰ ਭੱਗ ਦੀ ਜਲਨ ਤਾਂ ਬੁਝ ਗਈ ਹੈ ਔਰ ਉਹਨਾਂ ਨੇ ਪ੍ਰਭੂ ਦਾ ਦਰਸ਼ਨ ਪਾ ਲਿਆ ਹੈ। ਬਿਨਸੇ ਮਾਇਆ ਧਰੋਹ ਜਿਉ। ਪਰ ਮਾਇਆ ਦੇ ਛਾਲ ਆਦਿਕ ਸਭ ਨਾਸ਼ ਹੋ ਗਏ ਹਨ। ਸਭ ਕਾਮ ਪੂਰੇ ਮਿਲ ਹਜੂਰੇ। ਉਹਨਾਂ ਪਿਆਰਿਆਂ ਦੇ ਹਾਜ਼ਰਾ ਹਜ਼ੂਰ ਪਰਮੇਸ਼ਰ ਨਾਲ ਮਿਲਣੇ ਕਰਕੇ ਸਾਰੇ ਕੰਮ ਪੂਰੇ ਹੋ ਗਏ ਹਨ। ਹਰ ਚਰਨ ਸੇਵਕ ਸੇਵਿਆ। ਜਿਨ੍ਹਾਂ ਨੇ ਸੇਵਕ ਦਾਸਾ ਭਾਵ ਧਾਰ ਕੇ ਹਰੀ ਪਰਮੇਸ਼ਰ ਦੇ ਚਰਨ ਕਮਲਾਂ ਦਾ ਸੇਵਨ ਪੂਜਨ ਕੀਤਾ ਹੈ। ਇਸੇ ਪ੍ਰਕਾਰ ਸਭ ਕਾਮ ਪੂਰੇ ਮਿਲ ਹਜੂਰੇ। ਤਦ ਪਰਮੇਸ਼ਰ ਜੀ ਹਜੂਰੇ ਸਾਹਮਣੇ ਪਾਸ ਹੀ ਮਿਲ ਗਏ ਤੇ ਸਾਰੇ ਕਾਰਜ ਸੰਪੂਰਨ ਹੋ ਗਏ। ਹਰ ਚਰਨ ਸੇਵਕ ਸੇਵਿਆ। ਜਦ ਹਰੀ ਪਰਮੇਸ਼ਰ ਦੇ ਸੇਵਕ ਦਾਸਾਂ ਨੇ ਚਰਨਾਂ ਨੂੰ ਸੇਵਨਾ ਕੀਤਾ। ਹਰ ਡੋਰ ਸਿੰਗਾਰ ਸਭ ਰਸ। ਹਰ ਹਰ ਕਰਨ ਰੂਪੀ ਹਾਰ ਡੋਰ ਦੀ ਤਰ੍ਹਾਂ ਬਿਰਤੀ ਨੂੰ ਬ੍ਰਹਮਾ ਕਰਕੇ ਜੋੜਨਾ। ਜਪ ਤਪ ਰੂਪ ਸ਼ਿੰਗਾਰ ਆਦਿਕ ਸਾਰੇ ਪ੍ਰੇਮ ਇਹੀ ਹੈ। ਗੁਣ ਗਾਓ ਅਲਖ ਅਭੇਵਿਆ। ਅਸ਼ੁੱਧ ਮਨ ਕਰਕੇ ਲਖਣ ਨੂੰ ਰਹਿ ਭੇਦ ਤੋਂ ਰਹਿਤ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਹੈ। ਇਸੇ ਪ੍ਰਕਾਰ ਹਾਰ ਡੋਰ ਸਿੰਗਾਰ ਸਭ ਰਸ। ਬਾਹਰਲੇ ਹਾਰ ਪਾਪ ਆਹਾਰ ਦਾ ਤਿਆਗ ਕਰਨਾ, ਡੋਰ ਪਾਵਰਤੀ ਦਾ ਬ੍ਰਹਮਾਕਾਰ ਹੋਣਾ, ਸਾਧਨਾ ਰੂਪੀ ਸ਼ਿੰਗਾਰ ਸੰਪੰਨ ਹੋਣੇ, ਸਾਰੇ ਜੋਗਾਨੰਦ ਦਾ ਰਸ ਪ੍ਰਾਪਤ ਹੋਣਾ ਆਦਿਕ ਦਾ ਮਹਾਰਾਜ ਕਹਿੰਦੇ। ਗੁਣ ਗਾਓ ਅਲਖ ਅਭੇਵਿਆ। ਪਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਹੀ ਸਾਰੇ ਸਾਧਨ ਸਫਲੇ ਹੋਏ ਹਨ। ਜੋ ਵਾਹਿਗੁਰੂ ਅਲਖ ਅਤੇ ਅਭੇਵ ਹੈ। ਭਾਉ ਭਗਤ ਗੋਬਿੰਦ ਬਾਸ਼ਤ। ਜਿਹੜੇ ਪੁਰਖ ਪਰਮੇਸ਼ਰ ਦੀ ਪ੍ਰੇਮਾ ਭਗਤੀ ਚਾਹੁੰਦੇ ਨੇ ਉਹਨਾਂ ਵੱਲ ਜਮਨਾ ਸਕ ਜੋ ਹੈ ਜੀਓ। ਇਹ ਪਿਆਰੇ ਜੀਓ ਯਮਦੂਤ ਤੱਕ ਨਹੀਂ ਸਕਦਾ, ਵੇਖ ਨਹੀਂ ਸਕਦਾ।
उन्होंने यमदूत ताड़ नहीं सकता। शब्द सुने तो दूरों भागे, मत मारे हर जीव वे प्रवाह है। जगवंत नानक प्रभ आप मेली। बेनती पूर्वक सतगुरु जी कथन करते हैं कि जिन्हों की सुरत परमेश्वर ने आप अपने नाल मिलना की है। कहना प्रेम विशोह जियो। ये प्यारे जियो उथे उन्हां दा उस अवस्था विच प्रभु प्रेम नालों विछोड़ा नहीं हुंदा है। श्लोक श्लोक शब्द उचारे ने। हर धन पाया सुहागणी। जिन्ना सुहागवंती महात्मा रूप सखी ने हरि परमेश्वर दे नाम रूपी धन को पा लिया है। दौलत नाही चीत। उन्हां दा चित कदे भी महात्मा स्वर्ग लोक आदि दे पदार्थों के विच डोलदा नहीं है। डिगे ना डोले दृढ़ कर रहे हो पूर्ण हुए त्रिपतानी। सत संजोगी नानका। सतगुरु महाराज साहब जी कथन करते हैं कि जो जग्यासुर बिस्तरी ऐसे संत महात्मा रूप सखी दी संजोगी मिलापी हुई है। गृह प्रगटे सब मीता। उसके अंतरकरण भी घर दे विच परमेश्वर मित्र प्रगटे साक्षात्कार प्रतख हुए हैं। नाद विनोद आनंद कोड। जिहड़ा नाद शब्द का गुण दर्शन का आनंद ते क्रूड़ा आनंद हन। प्रिय प्रीतम संग बने। ये प्यारे प्रीतम के नाल मिलने करके ही बन गए पाप प्राप्त हो रहे हैं। इसी प्रकार मन बाशत फल पाया। नाद विनोद आनंद कोड। श्रवणानंद विनोद भाव स्वरूपानंद ते कोड़ भाव भोगानंद उन्हां दे बने रहिंदे उन्हां नूं प्राप्त हुंदे ने। प्रिय प्रीतम संग बने। जो प्यारे प्रीतम दे नाल मिले रहिंदे हन। इसे प्रकार नाद विनोद आनंद कोड। जो नाद भाव श्रवण करते हैं, विनोद भाव मनन करते हैं ते कोड़ भाव निध्यासन करते हैं। प्रिय प्रीतम संग बने। वो हर वक्त प्यारे प्रीतम दे नाल बने रहिंदे ने, मिले रहिंदे ने, भेद होए रहिंदे ने। मन बाशत फल पाया। सो मन चित फल उन्हां नूं प्राप्त हुंदे हन। हर नानक नाम भले। सतगुरु जी कथन करते कि जो हरि परमेश्वर के नाम को वाहिगुरु वाहिगुरु कुची बोल के उच्चारण करते हैं। शांत जस रूप बाणी उचारे ने। हिम कर रुत मन भावती। बर्फ पैदा करने वाली रुत हिरदे नूं भाउंदी है। लोग शिमले आदਿਕ ਅਤੇ कश्मीर आदਿਕ बर्फ वेखण स्पैशल जाते हैं। माघ फगण गुणवंत जियो। ये सखियो जी माघ ते फगण के महीने विच ये गुणां वाली बर्फीली रुत सबनां नूं चंगी लगती है। इस प्रकार हिम कर रुत मन भावती। जिन्हां दे बर्फ पैदा करने वाली रुत मन हिरदे विच भाउंदी है। माघ फगण गुणवंत जियो। उन्हां दा सतगुण रूपी माघ दा महीना ते ज्ञान रूपी फगण दा महीना बनया होया है। और वो शुभ गुणा की प्राप्ति वाले हो गए हैं। सखी सहेली गाओ मंगलो। ये श्रद्धा वालियो सखियो ते भक्ति वालियो सहेलियो तुसी परमेश्वर दे मंगलो जस नूं गाउणा करो। तर मंगल गाओ सखी गृह मंदिर बनया।
ये साडा घर ही मंदिर जो बनया होया है। गृह आए हर कंत जियो, क्योंकि मेरे शरीर या अंतर रूपी घर विच पति परमेश्वर जो आके प्रगट हुए ने, या तुहाडे अंतर रूपी घर विच पति परमेश्वर जो आके साक्षात्कार होया या होवेगा जी। गृहदान आए मन ध्याए, जब जीवन मुक्ति वास्ते सेज सुंदर सोहिया, परमेश्वर नो मन हृदय विच ध्याना कीता, तद ही हृदय रूपी घर विच प्यारे परमेश्वर जी आके प्रगट हुए ते मेरी अंतर रूपी सेजा भगती करके श्रद्धा दे नाल सुंदर सोहनी शोभनी हुई है। वण कृण त्रे भवन भय हरिया, जिस परमेश्वर की चेतन सत्ता करके वन वृक्ष जंगल तृण घाह ते तिने लोग हरियावलता के सहत हो रहे हैं। इसी प्रकार वण कृण त्रे भवन भय हरिया, वन की तरह शरीर कख की तरह इंद्रिय तिने भवन जागर सुपन सगुप आदि सारे परमेश्वर की चेतन सत्ता करके हरे हो रहे हैं। देख दर्शन मोहिया, उस परमेश्वर के दर्शन दिदारे वेख के मेरे चित्त की बिरती मोहित हो गई है। मेरे स्वामी इच्छ पुनी, सो जब स्वामी मालिक परमेश्वर जी मिले ते मन की प्रभु प्राप्ति रूप जिहड़ी इच्छा वो साडी कामना पूरी हो गई है। मन जपया निर्मल मंत जियो, हे प्यारियो सखियो, जब गुरु जी के निर्मल उज्जल मंत्र उपदेश द्वारा वाहिगुरु गुर मंत्र नूं हिरदे में जपिया ते ताई मालिक परमेश्वर जी मिले ने ते मन की जो प्रभु प्राप्ति विच ये साडी पूरी हो गई है। गली हो सुहागण पैणे कंतन कबहू मैं मिलिया, ते ज्ञान ना गली टुड़िया गल्लां नाल नहीं रब मिलता है। कहो कबीर भगत कर पाया, गल्लां वालियां ने नहीं पाया, भगती करन वालियां ने पाया। दिलवंत नानक नित करो रणिया, सतगुरु जी बेनती पूर्वक कथन करते कि मिन्नत प्रति प्रभु प्राप्ति दियां खुशियां मनना करदी हां। हर मेरे श्री धर कंत जियो, क्योंकि हुण मैनू लक्ष्मी मायापति अपने आसरे धारण वाला शोभा दे धारण वाला पति परमेश्वर जो आके प्राप्त हो गया है जी। सतनाम श्री वाहिगुरु जी। श्लोक स्वैलोक की प्राप्ति कराने वाला श्लोक विचार रहे हैं। संत सहाय जी के, हे भाई इस जीव दे शांत आत्मा वाले पुरख लोक परलोक दे विच काम आदि विकारां तो बचाउण वास्ते सहायक हन। भवजल तारण हार, हर संसार समुद्र तो ताਰਨ वाले ਹਨ। इस ਲਈ संतां ਨੂੰ मित्र जरूर बनाओ। हंसारी वाले बाबा जी, महापुरख पिंडां वाले संत, माछीवाड़े गुरुद्वारा चरण कमल के सामने एक दा शोरूम है, उन्हें प्यार का वचन दसिया। ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਕੇਸ ਵਿੱਚ ਪੁਲਿਸ ਨੇ ਅਰੈਸਟ ਕਰ ਲਿਆ ਤੇ ਪੁੱਠਾ ਢੰਗਦਾ ਵੀ ਤੂੰ ਰੋਟੀਆਂ ਖਵਾਈਆਂ, ਕਹਿੰਦਾ ਜੀ ਹਾਂ ਖਵਾਈਆਂ। ਕਹਿੰਦੇ ਮੈਂ ਸੰਤਾਂ ਦਾ ਸ਼ਰਧਾਲੂ ਮਹਾਂਪੁਰਖਾਂ ਨੂੰ ਯਾਦ ਕੀਤਾ ਵੀ ਬਾਬਾ ਜੀ ਵੀ ਕੋਈ ਮਾੜਾ ਕੰਮ ਤਾਂ ਨਹੀਂ, ਲੰਗਰ ਹੀ ਖਵਾਇਆ, ਵੀ ਕਿਰਪਾ ਕਰੋ ਵੀ ਮੇਰੇ ਗਰੀਬ ਦਾ ਕੀ ਕਹਿਣਾ, ਗਰੀਬ ਪੜ੍ਹ ਜੱਟ ਤੇ ਪ੍ਰਸ਼ਾਦਾ ਛਕਾਉਣਾ ਕੋਈ ਗੁਨਾਹ ਤਾਂ ਨਹੀਂ। ਕਹਿੰਦਾ ਤੂੰ ਸੱਚ ਨਹੀਂ ਮੰਨਣਾ। संत जरनैल सिंह जी खालसा पिंडां वाले जब मैं पुट्ठा लट गया सी, मेरे सिर के थले सिर दे के उच्ची लंबी हाइट वाले सी 6 फुट 9 फुट की छत होंदी है ते ओहदा 5.5 फुट का शरीर होगा, 5 फुट 6 इंच ते महापुरख 6 फुट तो उच्चे लंबे जवान ते मेरे सिर थले सिर दे के खलोते बाणी पढ़ते रहे सारी रात।
ਤੇ ਮੈਨੂੰ ਇਉਂ ਜਾਪਿਆ ਵੀ ਮੈਂ ਲੰਮੇ ਪਿਆ ਹੋਇਆ। ਇਸ ਤਰ੍ਹਾਂ ਸੰਤ ਸਹਾਇਤਾ ਕਰਦੇ ਨੇ, ਇਸ ਲੋਕ ਵਿੱਚ ਵੀ ਜਮਾਂ ਤੋਂ ਬਚਾਉਂਦੇ ਨੇ ਤੇ ਪਰਲੋਕ ਦੇ ਵਿੱਚ ਵੀ ਜਮਾਂ ਤੋਂ ਬਚਾਉਂਦੇ ਨੇ। ਇਸ ਲਈ ਸੰਤਾਂ ਨੂੰ ਆਪ ਦਾ ਮਿੱਤਰ ਬਣਾਓ। ਭਵਜਲ ਤਾਰਨਹਾਰ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹਨ। ਸਭ ਤੇ ਉੱਚੇ ਜਾਣੀ ਹੈ। ਉਹ ਸੰਤ ਜਨ ਸਭਨਾਂ ਤੋਂ ਉੱਚੇ ਉੱਤਮ ਜਾਣੀਦੇ ਹਨ। ਨਾਨਕ ਨਾਮ ਪਿਆਰ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ, ਜਿਨ ਜਾਣਿਆ ਸੇਈ ਤਰੇ। ਜਿਨ੍ਹਾਂ ਮਹਾਂਪੁਰਖਾਂ ਨੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਪਰਉਪਕਾਰ ਨੂੰ ਜਾਂ ਵਾਹਿਗੁਰੂ ਨੂੰ ਜਾਣ ਲਿਆ, ਉਹਦੇ ਦਰਸ਼ਨ ਕਰ ਲਏ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਲਿਆ, ਉਹ ਪੁਰਖ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਸੇ ਸੂਰੇ ਸੇ ਵੀਰ ਉਹੀ ਕਾਮ ਕ੍ਰੋਧ ਰੂਪ ਦੁਸ਼ਮਣਾਂ ਨੂੰ ਜਿੱਤਣ ਵਾਲੇ ਸੂਰਮੇ, ਔਰ ਉਹੀ ਬਾਹਰਲੇ ਧਰਮ ਵਿਰੋਧੀ ਪੁਰਖਾਂ ਨੂੰ ਨਾਸ਼ ਕਰਨ ਵਾਲੇ ਵੀਰ ਬਹਾਦਰ ਨੇ। ਉਹੀ ਮਨ ਤੇ ਫਤਿਹ ਪਾਉਣ ਵਾਲੇ ਸੂਰਮੇ, ਉਹੀ ਇੰਦਰੀਆਂ ਦਾ ਦਮਨ ਕਰਨ ਵਾਲੇ ਬਹਾਦਰ ਹਨ। ਨਾਨਕ ਤਿਨ ਬਲਹਾਰਣ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅਸੀਂ ਤਿਨਾਂ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦੇ ਹਾਂ। ਹਰ ਜਪ ਉਤਰੇ ਤੀਰ ਜਿਹੜੇ ਹਰੀ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪ ਪਰਲੇ ਕਿਨਾਰੇ ਤੇ ਉਤਰ ਗਏ, ਉਹ ਜਮਾਂ ਤੇ ਮੌਤ ਰੂਪੀ ਬਾਣ ਤੋਂ ਪਾਰ ਉਤਰ ਗਏ ਨੇ। ਸ਼ਾਂਤ ਸ਼ੰਤ ਜਸ ਰੂਪਾਣੀ ਉਚਾਰ ਰਹੇ ਨੇ। ਚਰਨ ਵਿਰਾਜਤ ਸਭ ਉਪਰੇ ਪਰਮੇਸ਼ਰ ਦੇ ਚਰਨ ਕਮਲਾਂ ਦਾ ਧਿਆਨ ਕਰਨ ਵਾਲੇ ਗੁਰਮੁਖ ਸਭਨਾਂ ਤੋਂ ਉੱਪਰ ਵਿਰਾਜਦੇ, ਭਾਵ ਉਹ ਸਭ ਤੋਂ ਸ੍ਰੇਸ਼ਟ ਨੇ। ਸ਼ਲੋਕ ਸਮੀਪ ਸਯੁਜ ਆਦਿਕ ਮੁਕਤੀਆਂ ਵਾਲੇ ਪੁਰਖਾਂ ਦੇ ਨਾਲੋਂ ਵੀ ਕੇਵਲ ਮੁਕਤੀ ਵਾਲੇ ਸਭ ਤੋਂ ਉੱਪਰ ਨੇ, ਭਾਵ ਸ੍ਰੇਸ਼ਟ ਹਨ। ਮਿਟਿਆ ਸਗਲ ਕਲੇਸ਼ ਜੀਓ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਚਰਨ ਅਧਿਸ਼ਠਾਨ ਸਰੂਪ ਪ੍ਰਭੂ ਦਾ ਨਿਵਾਸ ਜੋ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦੇ ਚਰਨ ਕਮਲ ਵਿਰਾਜਦੇ ਨੇ, ਉਹ ਸਭ ਤੋਂ ਉੱਪਰ ਸ੍ਰੇਸ਼ਟ ਨੇ। ਔਰ ਉਹਨਾਂ ਦੇ ਅੰਦਰੋਂ ਅਵਿਦਿਆ, ਅਸਮਤਾ, ਰਾਗ ਦੁਆਇ ਆਦਿ ਸਾਰੇ ਕਲੇਸ਼ ਦੁੱਖ ਮਿਟ ਗਏ ਹਨ। ਇਹ ਪਿਆਰੇ ਜੀਓ, ਆਵਣ ਜਾਵਣ ਦੁੱਖ ਹਰੇ ਉਹਨਾਂ ਦਾ ਜਨਮ ਧਾਰ ਕੇ ਆਉਣਾ ਤੇ ਸੰਸਾਰ ਤੋਂ ਮਰ ਕੇ ਜਾਣਾ, ਇਹ ਤਿਆਗੀਏ ਦੁੱਖ ਵੀ ਦੂਰ ਹੋ ਗਏ ਹਨ। ਹਰ ਭਗਤ ਕੀਆ ਪ੍ਰਵੇਸ਼ ਜੀਓ ਔਰ ਉਹਨਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਨੇ ਦਖਲ ਨਿਵਾਸ ਕੀਤਾ ਹੈ। ਇਹ ਪਿਆਰੇ ਜੀਓ, ਹਰ ਰੰਗ ਰਾਤੇ ਸਹਿਜ ਮਾਤੇ ਉਹ ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਰਤੇ ਹੋਏ ਸੁਦੇ ਸਿੱਧ ਗਿਆਨ ਅਵਸਥਾ ਵਿੱਚ ਮਸਤ ਰਹਿੰਦੇ ਨੇ। ਤਿਲ ਨਾ ਮਨ ਤੇ ਬੀਸਰ ਉਹਨਾਂ ਦੇ ਹਿਰਦੇ ਤੋਂ ਰੰਜਕ ਮਾਤਰ ਵੀ ਪਰਮਾਤਮਾ ਭੁੱਲਦਾ ਨਹੀਂ ਹੈ। ਅਜ ਆਪ ਸਰਣੀ ਪਰੇ ਚਰਨੀ ਉਹ ਗੁਰਮੁਖ ਜਨ ਆਪਾ ਭਾਵ ਹੰਕਾਰ ਤਿਆਗ ਕੇ ਉਸ ਪਰਮੇਸ਼ਰ ਦੇ ਚਰਨਾਂ ਦੀ ਓਟ ਵਿੱਚ ਪਏ ਰਹਿੰਦੇ ਨੇ। ਸਰਬ ਗੁਣ ਜਗਦੀਸ਼ਰ ਜਿਸ ਜਗਤ ਦੇ ਮਾਲਕ ਪਰਮੇਸ਼ਰ ਵਿੱਚ ਸਾਰੇ ਗੁਣ ਨੇ, ਉਹ ਇਹ ਸਮਝਦੇ ਕਿ ਸਾਰੇ ਗੁਣ ਪਰਮੇਸ਼ਰ ਨੇ ਬਖਸ਼ੇ ਹੋਏ ਹਨ। ਗੋਵਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ ਜੋ ਪਰਮੇਸ਼ਰ ਗੁਣਾਂ ਦਾ ਸਮੁੰਦਰ, ਲక్ష్ਮੀ ਨੂੰ ਆਨੰਦ ਦੇਣ ਵਾਲਾ, ਸਾਰਿਆਂ ਦਾ ਮਾਲਕ ਹੈ। ਆਦ ਕਉ ਆਦੇਸ਼ ਜੀਓ ਜਗਤ ਦਾ ਮੁੱਢ ਰੂਪ ਉਸ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ ਜੀ। ਉਹ ਪਰਮੇਸ਼ਰ ਸਾਰੇ ਦੇਸ਼ਾਂ ਵਿੱਚ ਆਇਆ ਹੋਇਆ ਹੈ। ਅਧਿਸ਼ਠਾਨ ਸਰੂਪ ਹੈ। ਦੇਸ਼ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਭਗਵੰਤ ਨਾਨਕ ਮਾਇਆ ਧਾਰੋ ਬੇਨਤੀ ਪੂਰਵਕ ਸਤਿਗੁਰੂ ਪੰਜਵੇਂ
ਪੰਜਵੇਂ ਪਾਤਸ਼ਾਹ ਜੀ ਕਥਨ ਕਰਦੇ ਕਿ हे परमेश्वर आप जी साढ़े उपर ऐसी कृपा दृष्टि धारण करो जी। जोग जुगो एक वेश जियो जो जुगा जुगा विच आप जी दे एक अद्वैत स्वरूप नूं ही जानना करिए या कुदरत द्वारा भावें अनेकां रूप धारदा है पर फिर भी तू जुगा जुगा दे विच एक स्वरूप रखण वाला है। या जुग दो जीव अते ईश्वर ते दो पुरख ते प्रकृति इन्हां द्वारा संसारी खेल रच के फिर भी तू वेश रखता है। या इसे प्रकार जोग जुगो एक वेश जियो जो वैराग विवेक दो साधना दे संयुक्त ते चार अंतरंग साधन श्रवण मनन ध्यासन तत्व दर्शन शोधन दे सहित होंदे उन्हां दे हिरदे विच एक तेरा सुंदर स्वरूप प्रगट हो जाता है। अनक रूप जन्माहे कुदरत धारदा इत्थे साध संगत जीओ रुति श्लोक जो दो दो श्लोक ने ते एक एक शंत है यानी 8 शंत ते 8 दूनी 16 श्लोक 16 श्लोक ते 8 शंत ये रुति श्लोकां दी आपने कथा विचार श्रवण की है भुला चुका क्षमा कर दिया जी। अगे दो समत बख्श ने 2 पंक्तियां पढ़ सुन के लड़ीवार कथा दी समाप्ति वाली फतेह बुलाओ जी। गोविंद गुण निध श्री रंग स्वामी आज को आदेश दियो बिलवंत नानक माया धारो जोग जुगो एक वेश जियो। वाहिगुरु जी का खालसा वाहिगुरु जी की फतेह।